ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਤੁਹਾਡੀ। ਮੇਰੇ ਵੱਲੋਂ ਆਪ ਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਨਾਲ ਵਿਸਾਖੀ ਪੁਰਬ ਦੀ ਵਧਾਈ, ਲੱਖ ਲੱਖ ਵਧਾਈ। ਕੀ ਬਾਤ ਹੈ, ਤੁਹਾਨੂੰ ਵੀ ਬਹੁਤ ਸਾਰੀਆਂ ਵਧਾਈਆਂ ਜੀ। ਬੜੇ ਖੂਬਸੂਰਤ ਲੱਗ ਰਹੇ ਹੋ ਜੀ ਸਕਰੀਨ ਤੇ। ਮਿਹਰਬਾਨੀ ਜੀ, ਸ਼ੁਕਰੀਆ ਸ਼ੁਕਰੀਆ। ਸ਼ੁਰੂਆਤ ਕਰਦੇ ਹਾਂ ਜੀ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਵਿੱਚ ਹੁੰਦਿਆਂ ਵੀ ਭਗਵੰਤ ਮਾਨ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਨਤਮਸਤਕ ਹੋਣ ਨਾ ਪਹੁੰਚੇ, ਲੋਕਾਂ ਵਿੱਚ ਰੋਸ। ਇਹ ਤੋਂ ਸ਼ੁਰੂਆਤ ਕਰਦੇ ਹਾਂ ਜੀ। ਦੇਸ਼ ਦੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਸੀ ਰਮੰਨਾ ਸਾਹਿਬ, ਉਹਨਾਂ ਦੀ ਪਲੇਠੀ ਫੇਰੀ ਸੀ ਅੰਮ੍ਰਿਤਸਰ ਦੀ। ਸ਼ਾਇਦ ਉਹਨਾਂ ਸੋਚਿਆ ਸੀ ਵੀ ਰਿਟਾਇਰਮੈਂਟ ਤੋਂ ਪਹਿਲਾਂ ਧਾਰਮਿਕ ਜਿਹੜੀ ਤੀਰਥ ਯਾਤਰਾ ਕਰ ਲਈ। ਤੇ ਵੈਸੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਇਹ ਵਰ ਮਿਲਿਆ ਵਾ ਕਿ ਜਿਹੜਾ ਇਹਦੇ ਦਰਸ਼ਨ ਕਰਦਾ ਉਹਨੂੰ 68 ਤੀਰਥ ਸਥਾਨਾਂ ਦੇ ਦਰਸ਼ਨ ਹੁੰਦੇ। ਉਹ ਅੰਮ੍ਰਿਤਸਰ ਆਏ, ਕੱਲ ਉਹਨਾਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਬਕਾਇਦਾ ਤੌਰ ਤੇ ਵਾਘਾ ਸਰਹੱਦ ਤੇ ਰੀਟਰੀਟ ਸੈਰੇਮਨੀ ਵਿੱਚ ਤੇ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਇੱਥੇ ਵੈਲਕਮ ਵਾਸਤੇ ਚੰਡੀਗੜ੍ਹ ਤੋਂ ਪੁੱਜੇ ਤੇ ਆ ਕੇ ਤਾਜ ਹੋਟਲ। ਬੜੇ ਅਫਸੋਸ ਦੀ ਗੱਲ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਸੀ ਵੀ ਜਿਹੜੇ ਆਪਾਂ ਬਣਾਏ ਨਾ ਸਰਕਟ ਹਾਊਸ, ਕਾਹਦੇ ਵਾਸਤੇ ਬਣਾਇਆ ਜੀ? ਹੋਟਲਾਂ 'ਚ ਰਹਿਣਾ ਆਪਾਂ। ਤਾਜ ਹੋਟਲ ਸਭ ਤੋਂ ਮਹਿੰਗਾ ਹੋਟਲ ਆ ਜਿਹਦੇ ਵਿੱਚ ਭਗਵੰਤ ਮਾਨ ਹੋਰੀ ਠਹਿਰੇ ਜਾਂਦੇ। ਕੋਈ ਗੱਲ ਨਹੀਂ ਜੀ, ਜਿਹੜੇ ਜੇਬ ਪੈਸੇ ਜੇਬ ਜਾਣੇ। ਹੁਣ ਉਹ ਉੱਥੇ ਗਏ ਜੀ ਸਦਕੇ, ਕੋਈ ਗੱਲ ਨਹੀਂ, ਮੁੱਖ ਮੰਤਰੀ ਨੇ ਕੁਝ ਵੀ ਕਰ ਸਕਦੇ ਨੇ ਜੀ। ਉਹਨਾਂ ਨੇ ਏਅਰਪੋਰਟ ਦੇ ਉੱਤੇ ਬਕਾਇਦਾ ਤੌਰ ਤੇ ਚੀਫ ਜਸਟਿਸ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਤੇ ਪੰਜਾਬ ਤੇ ਉਹਨਾਂ ਤੇ ਵੈਲਕਮ ਕੀਤਾ। ਸ਼੍ਰੀ ਅੰਮ੍ਰਿਤਸਰ ਸਾਹਿਬ ਵੇਖਿਓ ਦਾ ਮੱਥਾ ਟੇਕਿਆ ਰਾਤ ਸ਼ਾਮੀ। ਲੇਕਿਨ ਕੱਲ ਸ਼ਹੀਦਾਂ ਦਾ ਸਭ ਤੋਂ ਵੱਡਾ ਦਿਹਾੜਾ ਸੀ, ਜਿਹਨੇ ਆਜ਼ਾਦੀ ਦੀ ਬੁਨਿਆਦ ਰੱਖੀ, ਜਿਹਨੇ ਆਜ਼ਾਦੀ ਨੂੰ ਜਿਹੜਾ ਸੀ ਤੇਜ਼ ਕੀਤਾ। ਇਹਨਾਂ ਸ਼ਹੀਦਾਂ ਦੇ ਜਿਹੜੇ ਸੀ ਪੂਰਨਿਆਂ ਤੇ ਚੱਲਦਿਆਂ ਜਿਨ੍ਹਾਂ ਦੀ ਸਹੁੰ ਖਾ ਕੇ ਇਹ ਮੁੱਖ ਮੰਤਰੀ ਬਣੇ ਸੀ, ਭਗਤ ਸਿੰਘ ਹੋਰਾਂ ਦੀ ਖਟਕੜਕਣਾ ਵੇਖੇ, ਉਹਨਾਂ ਦੇ ਸ਼ਰਧਾਂਜਲੀ ਭੇਟ ਕਰਨ ਉੱਥੇ ਮੱਥਾ ਟੇਕ ਕੇ ਨਤਮਸਤਕ ਹੋ ਕੇ ਉੱਥੋਂ ਇਹਨਾਂ ਸਹੁੰ ਚੁੱਕੀ ਸੀ। ਪਰ ਮਾਨ ਸਾਹਿਬ, ਕਿੰਨਾ ਚੰਗਾ ਹੁੰਦਾ ਜੇ ਤੁਸੀਂ ਅੰਮ੍ਰਿਤਸਰ ਆਏ ਜੇ ਇੱਥੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਨਤਮਸਤਕ ਹੋਏ। ਮਾਨ ਸਾਹਿਬ ਦੀ ਇਹ ਪਹਿਲਾਂ ਕਿਹਾ ਸੀ ਕਿ ਉਹ ਆ ਰਹੇ ਨੇ, ਹਾਲ ਬਾਜ਼ਾਰ ਖਾਲੀ ਕਰ ਦਿੱਤਾ, ਲੋਕਾਂ ਨੂੰ ਹਾਲ ਬਾਜ਼ਾਰ ਵੜਨਾ ਬੰਦ ਕਰ ਦਿੱਤਾ ਗਿਆ, 4 ਘੰਟੇ ਟ੍ਰੈਫਿਕ ਜਾਮ ਰਹੀ, ਲੇਕਿਨ ਮਾਨ ਸਾਹਿਬ ਨਹੀਂ ਪਹੁੰਚੇ। ਮਾਨ ਸਾਹਿਬ, ਹੁਣ ਤੁਸੀਂ ਦੱਸ ਦਿਓ, ਸ਼ਹੀਦਾਂ ਤੇ ਪੂਰਨਿਆਂ ਦਾ ਪਖੰਡ ਕਰ ਰਹੇ ਹੋ ਕਿ ਕੋਈ ਮਜਬੂਰੀ ਸੀ? ਇਹਦੇ ਬਾਰੇ ਤੁਹਾਨੂੰ ਸਪਸ਼ਟ ਕਰਨਾ ਪਊਗੀ ਤੁਹਾਡੀ ਕੀ ਮਜਬੂਰੀ ਸੀ ਵੀ ਤੁਸੀਂ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਸੀ 5 ਮਿੰਟ ਜਾ ਕੇ ਸ਼ਰਧਾਂਜਲੀ ਭੇਟਿਆ, ਨਤਮਸਤਕ ਹੋਣਾ ਨਹੀਂ ਗਏ। ਇੱਥੋਂ ਆਪਣੇ ਮੁੱਕੇ ਦੇ ਕੇ ਰੈਸਟ ਕਰਕੇ ਤਾਜ ਹੋਟਲ ਦੇ ਵਿੱਚ ਤੇ ਇੱਥੋਂ ਆਪਣਾ ਉੱਡਣ ਖਟੋਲਾ ਫੜਿਆ ਤੇ ਬਠਿੰਡੇ ਨੂੰ ਚਲੇ ਗਏ। ਜੇ ਬਠਿੰਡੇ ਨੂੰ ਜਾਣਾ ਸੀ ਤੇ ਹੋਰ 10 ਮਿੰਟ ਲੱਗ ਜਾਂਦੇ, ਕੀ ਫਰਕ ਪੈਣ ਲੱਗਾ ਸੀ? ਜਿਹੜੀ ਟਰਸਟ ਆ ਜਲਿਆਂਵਾਲਾ ਬਾਗ ਟਰਸਟ, ਉਹਨਾਂ ਦੇ ਮੈਂਬਰ ਨੇ ਸ਼ਵੈਤ ਮਲਿਕ, ਸਾਬਕਾ ਰਾਜ ਸਭਾ ਮੈਂਬਰ ਤੇ ਭਾਜਪਾ ਦੇ ਆਗੂ। ਉਹਨਾਂ ਨੇ ਇੰਨੀ ਗੱਲ ਕਹੀ ਕਿ ਬਕਾਇਦਾ ਤੌਰ ਤੇ ਅਸੀਂ ਮਾਨ ਸਾਹਿਬ ਨੂੰ ਜਿਹੜਾ ਸੀ ਸੱਦਾ ਪੱਤਰ ਭੇਜਿਆ ਸੀ, ਆਓ ਇਕੱਠੇ ਚੀਜ਼ਾਂ ਨੂੰ ਨਤਮਸਤਕ ਹੋਈਏ, ਲੇਕਿਨ ਮਾਨ ਸਾਹਿਬ ਨਹੀਂ ਆਏ। ਮਾਨ ਸਾਹਿਬ ਦਾ ਇੱਕ ਵਿਧਾਇਕ ਜ਼ਰੂਰ ਗਿਆ ਸੀਗਾ, ਲੇਕਿਨ ਉਹਦੇ ਕੋਲੇ ਕੁਝ ਕਹਿਣ ਨੂੰ ਕੁਛ ਨਹੀਂ ਸੀ। ਮਾਨ ਸਾਹਿਬ ਕਿਉਂ ਨਹੀਂ ਆ ਸਕੇ? ਇਸ ਕਰਕੇ ਮਾਨ ਸਾਹਿਬ, ਤੁਹਾਡੀ ਚੰਗੀ ਗੱਲ ਖੜਕਲਾ, ਤੁਸੀਂ ਜਿਹੜੀ ਸ਼ਹੀਦਾਂ ਨੂੰ ਮਿੱਟੀ ਜਿਹੜੀ ਸੀ ਮੱਥੇ ਨੂੰ ਲਾ ਕੇ ਪਰਨ ਕੀਤਾ ਸੀ ਕਿ ਮੈਂ ਪੰਜਾਬ ਦੀ ਤੇ ਦੇਸ਼ ਦੀ ਸੇਵਾ ਕਰੂੰਗਾ, ਲੇਕਿਨ ਇੱਥੇ ਤੁਸੀਂ ਕਿਉਂ ਨਹੀਂ ਗਏ? ਤੁਹਾਨੂੰ ਇਹਦਾ ਜਵਾਬ ਦੇਣਾ ਪਊਗਾ। ਕੀ ਤੁਹਾਡੀ ਮਜਬੂਰੀ ਸੀ? ਚੇਤਾ ਭੁੱਲ ਗਏ ਜਾਂ ਕੁਝ ਹੋਰ ਹੋਇਆ? ਚੰਗੀ ਗੱਲ ਆ, ਜਸਟਿਸ ਰਮੰਨਾ ਦੇ ਸਵਾਗਤ ਲਈ ਤੁਸੀਂ ਆਏ ਹੋ, ਤੁਹਾਡੀ ਡਿਊਟੀ ਬਣਦੀ ਸੀ ਉਹਨਾਂ ਦਾ ਸਵਾਗਤ ਕਰਨੀ। ਡਾਕਟਰ ਜਸਟਿਸ ਰਮੰਨਾ ਬਹੁਤ ਵਧੀਆ ਇਨਸਾਨ ਹੈ, ਇਨਸਾਫ ਸੰਦ ਬੰਦੇ ਹੈ ਜੀ। ਪਰ ਮਾਨ ਸਾਹਿਬ, ਅੱਜ ਮੈਂ ਕੱਲ ਤੁਹਾਨੂੰ ਲੋਕ ਪੁੱਛਣਗੇ
ਜੇ ਕਿਤੇ ਪ੍ਰੈਸ ਕਾਨਫਰੰਸ ਤੇ ਪੱਤਰਕਾਰ ਪੁੱਛਣਗੇ, ਜਵਾਬ ਕੋਈ ਸੋਚ ਦਿਓ ਕੀ ਜਵਾਬ ਦੇਣਾ। ਅਗਲੀ ਖਬਰ ਵੱਲ ਵਧਦੇ ਹਾਂ ਭੱਟੀ ਸਾਹਿਬ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਦੇਣ ਦਾ ਦਿੱਤਾ ਭਰੋਸਾ। ਇਹਦੀ ਗੱਲਬਾਤ ਸ਼ੁਰੂ ਕਰਦੇ ਹਾਂ। ਐਕਚੁਅਲੀ ਬੇਸਿਕਲੀ ਕਹਾਣੀ ਇਹ ਹੈ ਜੀ, ਜਿਹੜੀ ਇਹ ਪੇਂਡੂ ਵਿਕਾਸ ਫੰਡ ਆ, ਇਹ ਵਾਕਈ ਵਿਕਾਸ ਵਾਸਤੇ ਹੁੰਦਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਇਹਨੇ ਇੱਕ ਮਤਾ ਪਾਸ ਕਰ ਦਿੱਤਾ ਸੀ ਵੀ ਇਹ ਫੰਡ ਕਿਤੇ ਹੋਰ ਵੀ ਵਰਤਿਆ ਜਾ ਸਕਦਾ। ਉਹ ਇਹਨਾਂ ਕਿਸਾਨਾਂ ਦਾ ਕਰਜ਼ਾ ਲਾਉਣ ਵਾਸਤੇ ਜਿਹੜੇ ਦਿੱਤੇ ਸੀ, ਚੈੱਕ ਦਿੱਤੇ ਸੀ, ਉਸ ਫੰਡ ਤੋਂ ਦਿੱਤੇ ਸੀ। ਜਦੋਂ ਕਿ ਇਹ ਫੰਡ ਸਿਰਫ ਮੰਡੀਆਂ ਦੀ ਰਿਪੇਅਰ ਕਰਨ, ਕੋਈ ਪੁਲੀ ਬਣਾਉਣ, ਕੋਈ ਸਕੂਲ ਦੀ ਰਿਪੇਅਰ ਕਰਨ, ਕੋਈ ਸੜਕ ਬਣਾਉਣ ਵਾਸਤੇ ਵਰਤਿਆ ਜਾਂਦਾ। ਪਹਿਲਾਂ ਵੀ ਸ਼ਿਕਾਇਤਾਂ ਹੈਗੀਆਂ ਸੀ ਕਿ ਇਹ ਫੰਡ ਦੀ ਦੁਰਵਰਤੋਂ ਹੁੰਦੀ ਹੈ, ਜਿਹਦੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ 1100 ਕਰੋੜ ਦਾ ਇਹ ਫੰਡ ਜਿਹੜਾ ਇਹ ਸਰਕਾਰ ਦਾ ਰੋਕ ਦਿੱਤਾ ਸੀ ਕਿ ਪਹਿਲਾਂ ਪਿਛਲੀਆਂ ਰਸੀਦਾਂ ਲਿਆਓ, ਫੰਡ ਕਿੱਥੇ ਵਰਤਿਆ। ਤੇ ਹੁਣ ਇਹ ਮਾਨ ਸਾਹਿਬ ਕਹਿੰਦੇ ਜੀ ਉਹਨਾਂ ਨੂੰ ਪੁੱਛੋ, ਅਸੀਂ ਕੀ ਦੱਸ ਸਕਦੇ, ਅਸੀਂ ਤੇ ਕੱਲ ਆਉਂਦੇ ਆ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਵੀ ਇਹ ਫੰਡ ਕਿਤੇ ਹੋਰ ਹੀ ਵਰਤਿਆ ਜਾ ਸਕਦਾ, ਉਹਨੇ ਮਤਾ ਪਾਸ ਕੀਤਾ ਸੀ। ਹੁਣ ਤੁਸੀਂ ਮਤਾ ਪਾਸ ਕਰੋ ਇੱਕ ਵੀ ਇਹ ਫੰਡ ਜਿਹੜਾ ਰੂਰਲ ਡਿਵੈਲਪਮੈਂਟ ਦਾ ਵਾ ਉਹ ਪੇਂਡੂ ਵਿਕਾਸ ਦੇ ਵਾਸਤੇ ਵਰਤਿਆ ਜਾਊ, ਬਾਕੀ ਉਸ ਦੇ ਵਰਤਿਆ ਜਾਊ। ਹੁਣ ਕੱਲ ਬਕਾਇਦਾ ਤੌਰ ਤੇ ਜਿਹੜੀ ਮੀਟਿੰਗ ਹੋਈ ਹੈ ਸਾਡੀ ਕੈਬਨਿਟ ਦੀ ਪੰਜਾਬ ਦੀ, ਉਹਦੇ ਵਿੱਚ ਇਹ ਮਤਾ ਪਾਸ ਕਰ ਦਿੱਤਾ ਗਿਆ ਕਿ ਜਿਹੜਾ RDF ਰੂਰਲ ਡਿਵੈਲਪਮੈਂਟ ਫੰਡ, ਪੇਂਡੂ ਵਿਕਾਸ ਜਿਹੜਾ ਫੰਡ ਆ, ਉਹ ਸਿਰਫ ਤੇ ਸਿਰਫ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਊਗਾ। ਤੇ ਨਾਲ ਸਾਡੇ ਕੁਲਦੀਪ ਸਿੰਘ ਧਾਰੀਵਾਲ ਨੇ ਕਹਿ ਦਿੱਤਾ ਕਿ 12,700 ਪਿੰਡ ਨੇ ਜਿਹੜੇ ਪਿਛਲੇ ਫੰਡਾਂ ਦੀ ਦੁਰਵਰਤੋਂ ਹੋਈ ਆ, ਉਹਨਾਂ ਦੀ ਜਾਂਚ ਵੀ ਕਰਵਾਈ ਜਾਵੇਗੀ। ਧਾਰੀਵਾਲ ਸਾਹਿਬ ਕਰਵਾਏ ਜ਼ਰੂਰ, ਜਲਦੀ ਕਰਵਾਇਓ, ਲੋਕਾਂ ਦੇ ਸਾਹਮਣੇ ਰੱਖਿਓ ਕਿ ਕਿਹਨੇ ਹੇਰਾਫੇਰੀ ਕੀਤੀ ਆ, ਕੌਣ ਚੋਰ ਆ, ਕੌਣ ਸਾਧ ਆ, ਕੌਣ ਲੁਟੇਰਾ ਵਾ। ਤੇ ਆਪ ਵੀ ਧਿਆਨ ਨਾਲ ਚੱਲਦੇ ਹੋ, ਸਾਨੂੰ ਤੁਹਾਡੀਆਂ ਵੀ ਇਨਕੁਆਇਰੀਆਂ ਹੋਣੀਆਂ ਜੀ, ਤੁਹਾਡੀ ਵੀ ਜਾਂਚ ਹੋਣੀ ਜੀ। ਇਸ ਕਰਕੇ ਚੰਗੀ ਗੱਲ, ਜਾਂਚ ਦੀ ਗੱਲ ਆ। ਲੇਕਿਨ ਹੁਣ ਇਹ ਫੰਡ 1100 ਕਰੋੜ ਰੁਪਈਆ ਜਿਹੜਾ ਵਾ ਉਹ ਰਿਲੀਜ਼ ਹੋ ਜਾਊਗਾ। ਉਹਦੇ ਰਿਲੀਜ਼ ਹੋਣ ਤੋਂ ਬਾਅਦ ਥੋੜਾ ਜਿਹਾ ਸਰਕਾਰ ਦਾ ਭਾਰ ਹਲਕਾ ਵੀ ਹੋਏਗਾ ਜੀ। ਭੱਟੀ ਸਾਹਿਬ ਅਗਲੀ ਖਬਰ ਕਾਫੀ ਕਹਿ ਲਓ ਕਿ ਦਿਲ ਨੂੰ ਛੂਹ ਲੈਣ ਵਾਲੀ ਗੱਲ ਹੈ ਜੀ। ਇੱਕ 4 ਸਾਲਾ ਗੁਰਜੋਤ ਨੇ 3 ਜ਼ਿੰਦਗੀਆਂ ਨੂੰ ਰੁਸ਼ਨਾਈਆਂ। ਵੈਸੇ 4 ਸਾਲਾ ਬੱਚਾ ਜਿਸ ਨੇ ਇੱਕ ਬਹੁਤ ਵੱਡਾ ਕੰਮ ਕੀਤਾ, 3 ਜ਼ਿੰਦਗੀਆਂ ਨੂੰ ਇੱਕ ਨਵਾਂ ਰੂਪ ਦਿੱਤਾ, ਇੱਕ ਨਵੀਂ ਜ਼ਿੰਦਗੀ ਦਿੱਤੀ। ਕੀ ਖਬਰ ਹੈ ਜੀ ਇਸ ਦੇ ਵਿੱਚ? ਇਹ 4 ਸਾਲ ਦਾ ਬੱਚਾ ਜੀ ਪਹਿਲੀ ਵਾਰੀ ਸਕੂਲ ਗਿਆ, ਬਹੁਤ ਖੁਸ਼ ਸੀ ਕਿ ਮੈਨੂੰ ਸਕੂਲ ਜਾਣ ਦਾ ਮੌਕਾ ਮਿਲਿਆ। ਘਰ ਆ ਕੇ ਖੇਡਦਾ ਖੇਡਦਾ ਕੋਠੇ ਤੋਂ ਡਿੱਗ ਪਿਆ ਤੇ ਸਿਰ ਪਰ ਨੇ ਵੱਜਾ ਤੇ ਕਾਫੀ ਗੰਭੀਰ ਹਾਲਤ ਵਿੱਚ ਜਿਹੜਾ ਸੀ ਉਹ ਸੱਟ ਲੱਗੀ, ਬੇਹੋਸ਼ੀ ਦੀ ਹਾਲਤ ਚਲਾ ਗਿਆ। ਮਾਂ ਪਿਓ ਜਿਹੜੇ ਸੀ ਹਸਪੀਟਲ ਲੈ ਕੇ ਗਏ, ਹਸਪੀਟਲ ਵਾਲਾ ਰੈਫਰ ਕਰ ਦਿੱਤਾ ਇਹਨਾਂ ਨੂੰ PGI, ਤੇ PGI ਦੇ ਡਾਕਟਰ ਨੇ ਕਹਿ ਦਿੱਤਾ ਵੀ ਇਹਦਾ ਜਿਹੜਾ ਵਾ ਬ੍ਰੇਨ ਉਹ ਡੈਡ ਹੋ ਚੁੱਕਾ, ਇਹਦਾ ਹੁਣ ਕੁਛ ਨਹੀਂ ਸੀ। ਉੱਥੇ ਡਾਕਟਰ ਸਨ ਇੱਕ, ਉਹਨਾਂ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਜਿੰਦਾ ਵੇਖਣਾ ਚਾਹੁੰਦੇ ਹੋ ਤੇ ਇਹਦੇ ਅੰਗ ਦਾਨ ਕਰੋ। ਤੇ ਉਹ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਇੱਕ ਛੋਟੀ ਜਿਹੀ ਟਾਇਰਾਂ ਦੀ ਦੁਕਾਨ ਕਰਦੇ, ਉਹ ਟਾਇਰ ਮੈਨੂੰ ਪਤਾ ਪੈਂਚਰ ਲਾਉਂਦੇ ਕਿ ਨਵੇਂ ਟਾਇਰ ਵੇਚਦੇ, ਮੈਨੂੰ ਜਾਣਕਾਰੀ ਨਹੀਂ ਇਹਦੇ ਵਿੱਚ। ਉਹਨਾਂ ਨੇ ਸੋਚਿਆ ਗੱਲ ਠੀਕ ਹੈ, ਉਹਨਾਂ ਨੇ ਇਜਾਜ਼ਤ ਦਿੱਤੀ ਕਿ ਤੁਸੀਂ ਇਹਦੇ ਜਿਹੜੇ ਅੰਗ ਕਿਸੇ ਨੂੰ ਲੋੜ ਆ ਉਹ ਵਰਤ ਲਓ। ਉਹ ਪੂਰੇ ਹਿੰਦੁਸਤਾਨ ਦੇ ਵਿੱਚ ਚਲੀਆਂ ਖੜਕਾਈ ਗਿਆ ਕਿ ਸਾਡੇ ਕੋਲ ਇੰਨੀ ਉਮਰ ਦਾ ਬੱਚਾ ਜੇ ਕਿਸੇ ਨੂੰ ਚਾਹੀਦੇ ਆ ਕੋਈ ਅੰਗ ਲੈ ਸਕਦਾ ਵਾ। ਉਹ 2 ਗੁਰਦੇ ਇਹਨਾਂ ਦੇ ਤੇ ਜਿਗਰ, ਛੋਟੇ ਜਿਹੇ ਨੰਨੇ ਬੱਚੇ ਦਾ ਇਹ 2 ਗਿਰਦੇ ਤੇ ਜਿਗਰ ਜਿਹੜੇ ਸੀ ਉਹਦਾ ਦੋ ਨੂੰ ਗੁਰਦੇ ਦਿੱਤੇ ਗਿਆ ਤੇ ਇੱਕ ਨੂੰ ਜਿਗਰ ਦਿੱਤਾ ਗਿਆ, ਜਿਹਦੇ ਕਰਕੇ ਇਹ ਬੱਚਾ ਜਾਂਦਾ ਜਾਂਦਾ ਇਸ ਦੁਨੀਆ ਦੇ ਉੱਤੋਂ 3 ਜ਼ਿੰਦਗੀਆਂ ਰੁਸ਼ਨਾ ਗਿਆ। ਚੰਗੀ ਗੱਲ ਇਹ ਪਿਰਤ ਪੈਣੀ ਚਾਹੀਦੀ ਹੈ, ਖਾਸ ਕਰਕੇ ਸਾਡੇ ਚਾਵਲਾ ਸਾਹਿਬ ਹੈਦਰਾਬਾਦ ਦੇ ਵਿੱਚ ਸਾਡੇ ਬਹੁਤੇ ਲੋਕ ਜਿਹੜੇ ਕਿਡਨੀ ਚੇਂਜ ਕਰਾਉਣੀ, ਸਾਡੇ ਪੰਜਾਬ ਵਿੱਚ ਪ੍ਰੋਸੀਜਰ ਬਹੁਤ ਡਾਢਾ ਹੈਗਾ। ਡਾਢਾ ਪ੍ਰੋਸੀਜਰ ਹੋਣ ਕਰਕੇ ਹੈਦਰਾਬਾਦ ਦੇ ਵਿੱਚ ਲੋਕ ਆਪਣੀ ਨੋਟ ਕਰਾਉਂਦੇ ਆ ਕਿ ਮੈਨੂੰ ਕਿਡਨੀ ਚਾਹੀਦੀ ਆ, ਉਹ ਕੁਝ ਫੀਸ ਜਮ੍ਹਾਂ ਕਰ ਲੈਂਦੇ ਆ। ਉਹਨਾਂ ਲੋਕਾਂ 'ਚ ਬੜੀ ਅਵੇਅਰਨੈਸ,
ਜਦੋਂ ਕਿਤੇ ਵੀ ਐਕਸੀਡੈਂਟ ਹੁੰਦਾ ਵਾ, ਐਕਸੀਡੈਂਟ ਬੰਦੇ ਦੇ ਮਰਨ ਵਾਲੇ ਦੀ ਜਾਂ ਕਿ ਦਿਮਾਗ ਸੁਣਨ ਵਾਲੇ ਦੀ, ਉਹ ਫਿਰ ਡਾਕਟਰ ਕਹਿੰਦੇ ਵੀ ਇਮੀਡੀਏਟਲੀ ਤੁਸੀਂ 22 ਤੇ ਪਹੁੰਚ ਜਾਓ ਜੀ, ਸਾਡੇ ਕੋਲ ਫਲਾਣਾ ਜਿਹੜਾ ਸੀ ਅੰਗ ਪਹੁੰਚ ਚੁੱਕਾ ਵਾ। ਉਹਨਾਂ ਲੋਕਾਂ 'ਚ ਬਹੁਤ ਅਵੇਅਰਨੈਸ, ਉਹ ਮੈਕਸੀਮਮ ਜਿਹੜੇ ਲੋਕ ਐਕਸੀਡੈਂਟ ਮਰਦੇ ਆ ਨਾ ਉਹਨਾਂ ਨੂੰ ਅੰਗ ਦਾਨ ਕਰਦੇ ਆ। ਇਹ ਚੰਗੀ ਪ੍ਰਵਿਰਤੀ ਹੈ, ਸਾਡੇ ਜੇ ਜਾਗਰੂਕਤਾ ਨਹੀਂ ਆਈ ਲੇਕਿਨ ਉੱਥੇ ਬਹੁਤ ਹੈਗੀ। ਸਾਡੇ ਵੀ ਇੱਥੇ ਭੱਟੀ ਸਾਹਿਬ ਜਦੋਂ ਲਾਇਸੈਂਸ ਲੈਂਦੇ ਆ ਜੀ ਤਾਂ ਉੱਥੇ ਲਿਖਿਆ ਹੁੰਦਾ ਕਿ ਤੁਸੀਂ ਆਪਣੇ ਔਰਗਨਸ ਡੋਨੇਟ ਕਰਨਾ ਚਾਹੁੰਦੇ ਹੋ, ਤੁਹਾਡੀ ਆਪ ਦੀ ਇੱਛਾ ਜੀ, ਯੈਸ ਔਰ ਨੋ, ਤੇ ਤੁਹਾਡੇ ਬਿਨਾਂ ਪੁੱਛਿਓ ਨਹੀਂ ਅੰਗ ਕੱਢਦੇ, ਤੁਹਾਡੀ ਸਹਿਮਤੀ ਦੇ ਨਾਲ ਲਾਇਸੈਂਸ ਜਦੋਂ ਬਣਾਉਂਦੇ ਆ ਆਪਾਂ ਤਾਂ ਉੱਥੇ ਪੁੱਛਿਆ ਜਾਂਦਾ ਬਕਾਇਦਾ ਸਾਨੂੰ। ਸੋ ਲੈਂਦੇ ਆ ਜੀ ਨੈਕਸਟ ਕਾਲ ਆਨ ਦੀ ਏਅਰ 905 813 1320। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ ਤੇ ਅਰਸ਼ ਬੇਟਾ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਵੀ ਮੈਂ 2018 ਚ ਦਰਬਾਰ ਸਾਹਿਬ ਗਿਆ ਸੀਗਾ, ਉਹ ਜਿਹੜੇ ਚਾਂਦੀ ਦੇ ਦਰਵਾਜ਼ੇ ਸੀ, ਜਿਵੇਂ ਆਪਾਂ ਅਕਾਲ ਤਖਤ ਦੇ ਸਾਹਮਣੇ ਖੜ ਜੀਏ, ਖੱਬੇ ਹੱਥ ਇੱਕ ਕਮਰਾ ਸੀ ਉਹਦੇ ਚ ਪਏ ਹੋਏ ਸੀ। ਮੇਰੀ ਉਹਨਾਂ ਨਾਲ ਵਾਰਤਾਲਾਪ ਕਾਫੀ ਹੋਈ ਸੀ। ਮੈਂ ਤਾਂ ਸਿਰਫ ਇਹ ਵਿੱਚ ਪੁੱਛਣਾ ਚਾਹੁੰਦਾ ਕਿ ਉਹ ਚਾਂਦੀ ਦੇ ਦਰਵਾਜ਼ੇ ਕੀ ਹੁਣ ਸੁਣਿਆ ਸੀ ਕਿ ਸ਼ੀਸ਼ੇ ਵਿੱਚ ਮੜ ਕੇ ਸ਼ਾਇਦ ਉਹਦੇ ਉੱਥੇ ਕਿਤੇ ਰੱਖੇ ਹੋਏ ਆ, ਉਹਦੇ ਬਾਰੇ ਦੱਸੋ। ਉਸ ਵੇਲੇ ਉਹ ਪੈਸੇ ਇਕੱਠੇ ਕਰ ਰਹੇ ਸੀ, ਬੜੀ ਲੰਬੀ ਕਹਾਣੀ ਹੈ, ਮੈਂ ਤਾਂ ਇੰਨਾ ਪੁੱਛਣ ਲਿਆ ਉਹ ਦਰਵਾਜ਼ੇ ਇਸ ਵੇਲੇ ਪੁਰਾਣੇ ਰੱਖੇ ਹੋਏ ਉੱਥੇ, ਇਹਦੇ ਬਾਰੇ ਦੱਸੋ ਜਰਾ। ਬਿਲਕੁਲ ਜੀ, ਉਹ ਅਜਾਇਬ ਘਰ ਦੇ ਕਿਸੇ ਕੋਨੇ 'ਚ ਦਰਵਾਜ਼ੇ ਸ਼ੀਸ਼ੇ 'ਚ ਮੜ ਕੇ ਰੱਖ ਦਿੱਤੇ ਗਏ ਨੇ। ਉਹ ਦਰਵਾਜ਼ੇ ਲਾਏ ਕਿਉਂ ਗਏ ਸੀ? ਦਰਵਾਜ਼ੇ ਇਸ ਕਰਕੇ ਲੈ ਗਈ ਸੀ, ਮੈਨੂੰ ਆਪ ਯਾਦ ਆ ਤੇ ਜਦੋਂ ਤੜਕੇ ਅਸੀਂ 2 ਵਜੇ ਜਾ ਕੇ ਦਰਵਾਜ਼ੇ ਖੋਲਦੇ ਸੀ, 2 ਵਾਰੀ ਦਰਵਾਜ਼ਾ ਸਾਡੇ ਉੱਪਰ ਡਿੱਗ ਪਿਆ ਸੀ ਕਿ ਅੰਦਰੋਂ ਗਲਿਆ ਪਿਆ ਸੀ। ਕਈ ਕਹਿੰਦੇ ਸੀ ਲੋਹਾ ਲਾ ਦਿਓ, ਕਿਉਂ ਬਈ? ਜਦੋਂ ਅਸੀਂ ਘੋਖ ਕੀਤੀ ਕਿ ਲੱਕੜ ਕਿਹੜੀ ਹੈ, ਲੱਕੜ ਟਾਹਲੀ ਦੀ ਸੀ। ਇਹ ਇੱਕ ਦੇਸਾ ਹੁੰਦਾ ਸੀ, ਦੇਸਾ ਖਾਂ ਦੇਸਾ ਰਾਮ, ਮੈਨੂੰ ਨਹੀਂ ਪਤਾ ਦਾ। ਇਹ ਸੁਰ ਸਿੰਘ ਦਾ ਹੁੰਦਾ ਸੀ ਇੱਕ ਕਾਰੀਗਰ, ਉਹਨੇ ਬਣਾਏ ਸੀ ਦਰਵਾਜ਼ੇ। ਉਹ ਦਰਵਾਜ਼ੇ ਜਿਹੜੇ ਪਹਿਲਾਂ ਤੁਸੀਂ ਵੇਖੋ ਅਕਾਲ ਤਖਤ ਤੇ ਤੁਸੀਂ ਦਰਬਾਰ ਸਾਹਿਬ ਮੂੰਹ ਕਰਕੇ ਖੜ੍ਹੇ, ਤੁਹਾਡੇ ਸੱਜੇ ਹੱਥ ਨਾਲ ਪਰਿਕਰਮਾ ਦੇ ਵਿੱਚ ਹੀ ਪਏ ਹੁੰਦੇ ਸੀ ਕਮਰੇ ਦੇ ਵਿੱਚ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ। ਅੱਜ ਕੱਲ੍ਹ ਉੱਥੇ ਪਾਣੀ ਵਾਲੀ ਟੂਟੀ ਲੱਗ ਗਈ ਆ ਤੇ ਉੱਥੇ ਟੂਟੀਆਂ ਰੱਖ ਦਿੱਤੀਆਂ ਗਈਆਂ ਤੇ ਤੁਸੀਂ ਹੱਥ ਹੋ ਸਕਦੇ ਹੋ, ਲੇਕਿਨ ਦਰਵਾਜ਼ੇ ਚੁੱਕ ਕੇ ਸ਼ੀਸ਼ੇ ਮੜ ਕੇ ਅਜਾਇਬ ਘਰ ਦੇ ਕਿਸੇ ਕੋਨੇ 'ਚ ਰੱਖੇ। ਮੈਂ ਜਾ ਕੇ ਵੇਖੇ ਤਾਂ ਨਹੀਂ ਅਜੇ ਤੱਕ, ਲੇਕਿਨ ਮੈਨੂੰ ਜਾਣਕਾਰੀ ਮਿਲੀ ਹੈ। ਲੇਕਿਨ ਸਾਡੇ ਵੀਰ ਕਈ ਕਹਿ ਦਿੰਦੇ ਦਰਵਾਜ਼ੇ ਦੇ ਦਿੱਤੇ ਜੀ, ਕਿਹਨੂੰ ਦੇ ਦਿੱਤੇ ਯਾਰ? ਦਰਵਾਜ਼ੇ ਖੜਨੇ ਕਾਹਦੇ ਵਾਸਤੇ ਆ? ਅੰਦਰ ਉਹ ਤੁਸੀਂ ਹੱਥ ਲਓ ਤੇ ਭੁਰਦੇ ਨੇ। ਹੁਣ ਹਰ ਚੀਜ਼ ਦੀ ਆਗੀ ਹੁੰਦੀ ਹੈ, ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਦਰਵਾਜ਼ੇ ਦਿੱਤੇ, ਦਰਵਾਜ਼ੇ ਜਿੱਥੇ ਪਏ ਬਿਲਕੁਲ ਸੁਰੱਖਿਅਤ ਪਏ ਨੇ, ਸ਼੍ਰੋਮਣੀ ਕਮੇਟੀ ਦੇ ਕੋਲ ਪਏ ਨੇ, ਸ਼੍ਰੋਮਣੀ ਕਮੇਟੀ ਦੀ ਹਿਫਾਜ਼ਤ ਕਰ ਰਹੀ ਹੈ ਜੀ। ਜੀ 9058131320 ਕਾਲਰਸ ਨੂੰ ਬੇਨਤੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905 813 1320। ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। ਭੱਟੀ ਸਾਹਿਬ ਅਗਲੀ ਖਬਰ ਗੱਲਬਾਤ ਕਰੀਏ ਜੀ, ਤੇ ਖਾਲਿਸਤਾਨ ਬਾਰੇ ਹੋ ਰਹੀ ਨੇ ਦੁਬਾਰਾ ਚਰਚਾ, ਤੁਹਾਡੇ ਕੀ ਵਿਚਾਰ ਨੇ ਇਸ ਖਬਰ ਨੂੰ ਲੈ ਕੇ ਜੀ? ਦੇਖੋ ਇਹੋ ਜਿਹੀਆਂ ਸ਼ਰਾਰਤਾਂ ਬੜੀਆਂ ਹੁੰਦੀਆਂ, ਅਸੀਂ ਬਹੁਤ ਜ਼ਿਆਦਾ ਨੁਕਸਾਨ ਕਰਾ ਚੁੱਕੇ ਹਾਂ, ਬਹੁਤ ਜ਼ਿਆਦਾ। ਕੋਈ ਸਮਾਂ ਇਹ ਆ ਗਿਆ ਸੀ, ਅੱਜ ਅਸੀਂ ਕਹਿੰਦੇ ਕਿ ਕੁੜੀਆਂ ਵੇਲੇ ਸਿਰ ਘਰ ਆ ਜਾਣ। ਕੋਈ ਸਮਾਂ ਇਹ ਆ ਗਿਆ ਸੀ ਮੁੰਡੇ ਵੇਲੇ ਸਿਰ ਘਰ ਆ ਜਾਣ। ਜਿਹੜਾ ਮੁੰਡਾ ਘਰੋਂ ਗਿਆ ਉਹਨੇ ਪਤਾ ਨਹੀਂ ਵਾਪਸ ਮੁੜਨਾ ਕਿਤੇ ਮਿਲਣਾ। ਅਸੀਂ ਪਿੰਡਾਂ ਦੇ ਵਿੱਚ ਕੋਈ ਪਿੰਡ ਨਹੀਂ ਬੱਚਾ ਜਿੱਥੇ ਜਿਹੜੇ ਸੀ ਗੋਲੀਆਂ ਛੱਡਣੀ ਲਾਸ਼ਾਂ ਨਹੀਂ ਮਿਲੀਆਂ ਹੋਣ। ਸਿਰਫ ਨਾ ਖਾਲਿਸਤਾਨ ਦਾ ਤੇ ਕੰਮ ਕੁਝ ਹੋਰ ਕਰਦੇ ਰਹੇ ਲੋਕ। ਕੋਈ ਸਰਕਾਰੀ ਏਜੰਸੀਆਂ ਵੀ ਸੀਗੀਆਂ, ਕੁਝ ਸਵਾਰਥੀ ਬੰਦੇ ਵੀ ਸੀਗੇ, ਕੁਝ ਲੁਟੇਰੇ ਵੀ ਸੀਗੇ, ਮੂਵਮੈਂਟ ਵਾਲੇ ਬੰਦੇ ਬੜੇ ਘੱਟ ਸੀਗੇ। ਜੇ ਹੈਗੇ ਪਹਿਲੀ ਗੱਲ ਤੇ ਅਕੀਦ ਤੇ ਖਤਮ ਹੋਈ ਸੀ ਮੂਵਮੈਂਟ ਵਾਲੇ ਬੰਦੇ ਤੇ, ਉਹਨਾਂ ਦਾ ਏਜੰਡਾ ਇਹ ਨਹੀਂ ਸੀਗਾ, ਉਹਨਾਂ ਦਾ ਏਜੰਡਾ ਕੁਝ ਹੋਰ ਸੀਗਾ। ਲੇਕਿਨ ਹੁਣ ਫਿਰ ਜੋ ਪੰਜਾਬ ਦੇ ਹਾਲਾਤ ਨੇ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਵਿਗੜ ਚੁੱਕੀ, ਰੋਜ਼ ਕਤਲ ਹੋ ਰਹੇ ਆ। ਜੇ 21 ਦਿਨਾਂ ਦੇ ਵਿੱਚ 19 ਕਤਲ ਪੰਜਾਬ 'ਚ ਹੋ ਗਏ ਆ ਤੇ ਇੱਕ ਚਿੰਤਾ ਦਾ ਵਿਸ਼ਾ। ਹੁਣ ਰੋਪੜ ਦਾ ਜਿਹੜਾ SSP ਆ, ਉਹਦੇ ਦਫ਼ਤਰ ਤੋਂ 20 ਮੀਟਰ ਦੀ ਦੂਰੀ ਤੇ ਅਗਲੇ ਖਾਲਿਸਤਾਨ ਦਾ ਝੰਡਾ ਲਾ ਗਿਆ। ਕੁਝ ਖੰਭਿਆਂ ਦੇ ਉੱਤੇ ਵੀ ਜਿਹੜੇ ਬਾਹਰ ਸੜਕਾਂ ਦੇ ਝੰਡੇ ਲੱਗੇ ਵੇਖੇ ਗਏ। ਇਹ ਝੰਡੇ ਕੌਣ ਲਾ ਰਿਹਾ? ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਕੌਣ ਬੰਦਾ ਇਹਦਾ ਮਾਲ ਨੂੰ ਖਰਾਬ ਕਰਨਾ ਚਾਹੁੰਦਾ ਹੈ? ਸਰਕਾਰ ਬੜੀ ਢਿੱਲੀ ਹੈ, ਕਿਉਂਕਿ ਸਰਕਾਰ ਚੱਲ ਰਹੀ ਹੈ ਦਿੱਲੀੋਂ। ਜੇ ਚੰਡੀਗੜ੍ਹੋਂ ਚੱਲਦੀ ਹੋਵੇ ਤੇ ਫਿਰ ਸ਼ਾਇਦ ਨਾ ਸ਼ਾਇਦ ਕੋਈ ਬੰਦੋਬਸਤ ਹੋ ਜਾਏ, ਤੇ ਦਿੱਲੀੋਂ ਸਰਕਾਰ ਚੱਲੇਗੀ ਤੇ ਫਿਰ ਉਹਦੀ ਸ਼ਰਾਰਤਾਂ ਹੋਣਗੀਆਂ। ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਤੇ ਜਿਹੜੇ ਵੀਰ ਇਹੋ ਜਿਹੀ ਕਰਦੇ ਸੀ ਉਹਨਾਂ ਨੂੰ ਬੇਨਤੀ ਕਰਦੇ ਵੀ ਲੋਕ ਸੁਖੀ ਵਸਣ ਲੱਗੇ ਆ,
ਵਸਣ ਦਿਓ। ਮਸਾ ਰੋਟੀ ਖਾਣ ਲੱਗੇ ਲੋਕ, ਬੱਚੇ ਜਿਹੜੇ ਸੀ ਆਪਣੇ ਕੰਮਾਂ ਕਰਦੇ ਲੱਗੇ ਨੇ, ਹਾਲਾਤ ਨਾ ਖਰਾਬ ਕਰੋ। ਭੱਟੀ ਸਾਹਿਬ, ਗੱਲਬਾਤ ਕਰੀਏ ਪਾਕਿਸਤਾਨ ਦੀ, ਤੇ ਪਾਕਿਸਤਾਨ ਗਏ ਭਾਰਤੀ ਸ਼ਰਧਾਲੂ ਦੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਇਹਦੀ ਕੀ ਖਬਰ ਹੈ ਜੀ? ਬਿਲਕੁਲ ਜੀ, ਪਾਕਿਸਤਾਨ ਵਾਸਤੇ ਵਿਸਾਖੀ ਦਾ ਤਿਉਹਾਰ ਮਨਾਉਣ ਵਾਸਤੇ ਗਏ ਸੀ ਸ਼ਰਧਾਲੂ, 2000 ਦੇ ਕਰੀਬ ਸ਼ਰਧਾਲੂ ਗਏ ਸੀ, ਤੇ ਰਾਵਲਪਿੰਡੀ ਸਟੇਸ਼ਨ ਜਦੋਂ ਪੁੱਜੇ ਤੇ ਇੱਕ ਸ਼ਰਧਾਲੂ ਨਿਸ਼ਾਵਤ ਸਿੰਘ ਸੀ ਨਾਮ ਦਾ, ਪੁੱਤਰ ਕਾਕਾ ਸਿੰਘ ਵਾਸੀ ਕਰਨਾਲ, ਹਰਿਆਣਾ ਦਾ ਰਹਿਣ ਵਾਲਾ ਸੀ। ਉਹਦੀ ਉੱਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉੱਥੋਂ ਦਾ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ, ਉਹਨਾਂ ਨੇ ਲਾਸ਼ ਨੂੰ ਪੈਕ ਕੀਤਾ ਤੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਉਹ ਮੇਰੇ ਖਿਆਲ ਜਦ ਤੱਕ ਰਾਤ ਆ ਗਈ ਹੋਗੀ ਤਾਂ ਅੱਜ ਉਹਦੀ ਲਾਸ਼ ਜਿਹੜੀ ਵਾਪਸ ਆ ਜਾਏਗੀ। ਮੰਦਭਾਗੀ ਗੱਲ ਆ ਜੀ। ਦਰਸ਼ਨ ਕਰ ਗਿਆ ਸੀ, ਗੁਰੂ ਜੀ ਦੇ ਦਰਬਾਰ ਦਰਸ਼ਨ ਕਰਨ ਗਿਆ ਸੀਗਾ, ਉਹ ਦਰਸ਼ਨ ਨਹੀਂ ਹੋਏ, ਲੇਕਿਨ ਉਹਨੂੰ ਵਾਪਸ ਪਰਤਣਾ ਪਿਆ, ਇੱਕ ਪੈਕ ਹੋ ਕੇ ਡੱਬੇ 'ਚ ਪੈਕ ਕੇ ਆਉਣਾ ਪਿਆ। ਲੇਕਿਨ ਚਲੋ ਜੋ ਹੁਕਮ ਆ ਸਾਡੇ ਅੰਦਰ ਦੇ ਹੁਕਮ ਅੰਦਰ, ਸਭ ਤੋਂ ਬਾਹਰ ਹੁਕਮ ਨਹੀਂ ਪਏ। ਇਹ ਬਾਬੇ ਦਾ ਹੁਕਮ ਸੀ, ਏਦਾਂ ਤੇ ਏਦਾਂ ਹੀ ਸੀ। ਉਹ ਅੱਜ ਦਾ ਕੱਲ ਲਾਸ਼ ਵਾਪਸ ਆ ਗਈ। ਲੈਂਦੇ ਆ ਨੈਕਸਟ ਕਾਲ ਔਨ ਦੀ 에ਅਰ 9058131320। ਸਤਿ ਸ਼੍ਰੀ ਅਕਾਲ ਕਾਲਰ। ਸਤਿ ਸ਼੍ਰੀ ਅਕਾਲ ਜੀ। ਜੀ ਉਹ ਬੜੇ ਸਾਨੂੰ ਪੁੱਛਣਾ ਸੀ, ਉਹ ਜਿਹੜਾ ਖਾਲਿਸਤਾਨ ਦੇ ਬੈਨਰ ਲੱਗੇ ਆ, ਝੰਡੇ ਲੱਗੇ ਆ ਜੀ, ਉਹ ਗੈਰ ਕਾਨੂੰਨੀ ਆ ਜੀ? ਉਹ ਮਤਲਬ ਜੇ ਕੋਈ ਪੀਸਫੁਲੀ ਕੋਈ ਕਹਿੰਦਾ ਝੰਡੇ ਲਾਉਂਦੇ ਆ, ਤੇ ਦੂਜਾ ਜਿਹੜਾ ਹਿੰਦੂ ਰਾਸ਼ਟਰ ਵਾਲੇ ਰੋਜ਼ ਕਹਿੰਦੇ ਸੀ ਹਿੰਦੂ ਰਾਸ਼ਟਰ ਬਣਾਉਣਾ, ਵਨ ਲੈਗਾ ਹਿੰਦੁਸਤਾਨ ਬਣਾਉਣਾ, ਉਹ ਲੀਗਲ ਹੈ ਜੀ? ਇਹਨੂੰ ਗੈਰ ਕਾਨੂੰਨੀ ਕਹਿੰਦੇ ਅਸੀਂ, ਤੇ ਨਾ ਇਹਨੂੰ ਅਸੀਂ ਜਿਹੜੀ ਕਾਨੂੰਨੀ ਕਹਿੰਦੇ ਆ। ਅਸੀਂ ਕਹਿੰਦੇ ਆ ਵੀ ਜਿਹੜਾ ਸਾਡਾ ਕਾਨੂੰਨ ਆ ਉਹਦੀ ਮਰਿਆਦਾ 'ਚ ਰਹਿ ਕੇ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਨਹੀਂ, ਮੈਂ ਤਾਂ ਉਹੀ ਪੁੱਛਦਾ, ਕਾਨੂੰਨ ਦੀ ਮਰਿਆਦਾ ਨਹੀਂ ਹੈਗਾ ਜੋ ਹੈਗਾ, ਜੋ ਹੋ ਰਿਹਾ ਜੀ। ਸੁਪਰੀਮ ਕੋਰਟ ਨੇ ਤੁਹਾਨੂੰ ਇਜਾਜ਼ਤ ਦਿੱਤੀ ਹੈ ਤੁਸੀਂ ਖਾਲਿਸਤਾਨ ਜਿੰਦਾਬਾਦ ਦਾ ਨਾਅਰਾ ਲਾ ਸਕਦੇ ਸ਼ਾਂਤਮਈ ਤਰੀਕੇ ਨਾਲ। ਹਾਂਜੀ, ਕੋਈ ਸ਼ਾਂਤੀ ਦਾ ਨਹੀਂ ਫੈਲਾ ਰਿਹਾ ਜੀ ਉੱਥੇ ਬੰਦਾ? ਸ਼ਾਂਤੀ ਨਾਲ ਇਹ ਜਿਹੜੀ ਚੀਜ਼ ਹੈ ਨਾ, ਜਿਹੜੀ ਇਸ ਤਰ੍ਹਾਂ ਦੀ ਆਪਾਂ ਗੱਲਬਾਤ ਕਰਦੇ ਹਾਂ, ਜਿਹਨੇ ਨਹੀਂ ਆਉਂਦੀ, ਫੈਡਰਲ ਸਟਰਕਚਰ ਨਹੀਂ ਆਉਂਦਾ, ਮੁੜ ਕੇ ਚੰਗੇ ਲੀਡਰ ਨਹੀਂ ਮਾਰੇ ਆਉਂਦੇ। ਅਸੀਂ ਖਾਲਿਸਤਾਨ ਉਹ ਚਾਹੁੰਦੇ, ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਆਧਾਰ ਮਹਾਰਾਜ ਜੀ ਸਿੰਘ ਹੋਇਆ ਖਾਲਿਸਤਾਨ, ਜਿਸ ਕਰਕੇ ਧੱਕਾ ਨਾ ਹੋਵੇ। ਅਸੀਂ ਇਹ ਕੱਟੜ ਖਾਲਿਸਤਾਨ ਨਹੀਂ ਚਾਹੁੰਦੇ ਜਿਸ 'ਚ ਕੋਈ ਹਿੰਦੂ ਮੁਸਲਿਮ ਸਿੱਖ ਸਾਰੇ ਰਹਿਣ ਜੀ। ਅਸੀਂ ਤਾਂ ਉਹ ਖਾਲਿਸਤਾਨ ਚਾਹੁੰਦੇ ਸਾਰੇ ਸੁਖੀ ਵਸਣ, ਕਿਸੇ ਦਾ ਧੱਕਾ ਨਾ ਹੋਵੇ, ਇਨਸਾਫ ਦਾ ਰਾਜ ਹੋਵੇ। ਅਸੀਂ ਉਹ ਖਾਲਿਸਤਾਨ ਚਾਹੁੰਦੇ ਹਾਂ। ਤੁਸੀਂ ਦੱਸੋ ਇਹਦੇ ਹੱਕ 'ਚ ਹੋ ਕਿ ਨਹੀਂ ਜੀ ਏਦਾਂ ਦੇ ਖਾਲਿਸਤਾਨ ਦੇ? ਵੀਰ ਜੀ, ਮੈਂ ਵੇਖੋ ਨਾ ਖਾਲਿਸਤਾਨ ਦੇ ਹੱਕ 'ਚ, ਨਾ ਪਾਕਿਸਤਾਨ ਦੇ ਹੱਕ 'ਚ, ਨਾ ਹਿੰਦੁਸਤਾਨ ਦੇ ਹੱਕ 'ਚ। ਨਹੀਂ, ਅਸੀਂ ਖਾਲਿਸਤਾਨ ਤਾਂ ਕਹਿੰਦੇ ਜਿੰਦਾ ਰਾਜ ਅਸੀਂ ਨਾ ਮੇਰੀ ਬੇਨਤੀ ਸੁਣ ਲਓ, ਆਪਣੀ ਗੱਲ ਫਿਰ ਮੈਂ ਬੰਦਾ ਪੂਰੀ ਗੱਲ ਹੁੰਦੀ। ਠੀਕ ਆ ਜੀ, ਪੂਰੀ ਗੱਲ ਤੁਸੀਂ ਪੂਰੀ ਗੱਲ ਕਰੋ, ਮੈਂ ਬੰਦ ਕਰਦਾ ਆਪਣੀ। ਚਲੋ ਠੀਕ ਹੈ, ਕਰ ਲਈ ਜੀ ਗੱਲ। ਮੈਂ ਦੱਸਦਾ, ਮੈਂ ਕਿਹਾ ਪਾਰਟੀ ਦਾ ਇੱਕ ਬੰਦਾ ਸਿੱਖਾਂ ਦਾ ਰਾਜ ਨਹੀਂ ਚਾਹੁੰਦੇ, ਸਾਰਿਆਂ ਦਾ ਰਾਜ। ਜੇ ਧਰਮਵੀਰ ਗਾਂਧੀ ਵਰਗੇ ਬੰਦੇ, ਚੱਲਲ ਗਰਗ ਵਰਗੇ ਬੰਦੇ ਹੋਣ ਜਿਹੜੇ ਪੰਜਾਬੀਅਤ ਨੂੰ ਇਨਸਾਫ ਨਾਲ ਜੁੜੇ ਹੋਣ ਤੇ ਕਰਪਟ ਨਾ ਹੋਣ, ਅਸੀਂ ਏਦਾਂ ਦੇ ਬੰਦੇ ਵਿੱਚ ਰੱਖਾਂਗੇ ਸਾਰੇ ਜੀ। ਅਸੀਂ ਤਾਂ ਏਦਾਂ ਖਾਲਿਸਤਾਨ ਦੇ ਵਿੱਚ ਹਿੰਦੂ ਜਿੱਦਾਂ ਮਹਾਰਾਜ ਜਿਸ ਵੇਲੇ ਸੀਗੇ ਸਾਰੇ ਇਕੱਠੇ, ਏਦਾਂ ਹੀ ਫਿਰ ਇਕੱਠਾ ਰਾਜ ਹੋਵੇ ਸਾਡਾ, ਤੇ ਏਦਾਂ ਰਾਜ ਸੁਖੀ ਵਸਣ, ਕਿਸੇ ਨੂੰ ਫਸ ਜਾ ਨਾ ਹੋਵੇ, ਕਿਸੇ ਧੱਕਾ ਨਾ ਹੋਵੇ ਜੀ। ਬਹੁਤ ਬਹੁਤ ਧੰਨਵਾਦ ਕਾਲਰ, ਥੈਂਕ ਯੂ ਸੋ ਮਚ। ਧੰਨਵਾਦ ਜੀ। ਅਸੀਂ ਤੇ ਇਹ ਕਹਿੰਦੇ ਆ ਵੀ ਖਾਲਿਸਤਾਨ ਹੋਵੇ ਜਾਂ ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ ਹੋਵੇ, ਕੋਈ ਵੀ ਹੋਵੇ, ਜਿਹੜੇ ਸਾਡੇ ਸ਼ਹੀਦਾਂ ਦੇ ਸੁਪਨੇ ਸੀ ਉਹਨਾਂ ਦੇ ਆਧਾਰ ਤੇ ਹੋਏ। ਉਹ ਆਧਾਰ ਤੇ ਤਾਂ ਹੀ ਹੋ ਸਕਦਾ ਜੇ ਅਸੀਂ ਆਪ ਪੜ੍ਹੇ ਲਿਖੇ ਹੋਵਾਂਗੇ। ਕੇਰਲਾ ਦੇ ਵਿੱਚ ਕੀ ਆ, ਲੋਕ ਪੜ੍ਹੇ ਲਿਖੇ ਨੇ, ਉਹ ਜਾਣਦੇ ਕਿ ਆਪਾਂ ਸਾਡੇ ਅਧਿਕਾਰ ਕੀ ਤੇ ਸਾਡੇ ਫਰਜ਼ ਕੀ। ਅਸੀਂ ਪੜ੍ਹੇ ਲਿਖੇ ਨਾ ਹੋਣ ਕੇ ਧੜਿਆਂ 'ਚ ਵੰਡੇ ਪਏ ਆ। ਅੱਜ ਮੈਂ ਤੁਹਾਨੂੰ, ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਜਦੋਂ ਇੰਦਰਾ ਗਾਂਧੀ ਨੇ ਕਿਹਾ ਸੀ ਇਹਨਾਂ ਨੂੰ ਤੁਸੀਂ ਜਾਓ ਜਾ ਕੇ ਖਾਲਿਸਤਾਨ ਲੈ ਲਓ ਆਪਣਾ, ਤੁਸੀਂ ਕੋਈ ਪੰਜਾਬ ਦਾ ਨਾਂ ਖਾਲਿਸਤਾਨ ਰੱਖ ਲਓ, ਤੁਸੀਂ ਡੈਮ ਲੈ ਲਓ, ਤੁਸੀਂ ਚੰਡੀਗੜ੍ਹ ਲੈ ਲਓ, ਪੰਜਾਬੀ ਬੋਲਦੇ ਲੱਖ ਸਭ ਕੁਛ ਲੈ ਲਓ ਤੁਸੀਂ, ਲੇਕਿਨ ਮੋਰਚਾ ਨਾ ਲਾਇਆ ਐਮਰਜੈਂਸੀ ਦੇ ਵਿੱਚ। ਮੈਨੂੰ ਆਹ ਨਿੱਕਰ ਧਰੀ ਸਿੱਧੇ ਕਰ ਲੈਣ ਦਿਓ। ਅਸੀਂ ਉਦੋਂ ਕਿਹੜੀ ਕਰਤੂਤ ਘੋਲੀ ਸੀ? ਜੇ ਉਦੋਂ ਅਸੀਂ ਸੋਚਦੇ ਸਮਝ ਜਾਂਦੀ ਸੀ ਇੰਦਰਾ ਗਾਂਧੀ, ਕਿਉਂ ਨਹੀਂ ਲਿਆ ਉਦੋਂ ਅਸੀਂ? ਤੁਹਾਡੀ ਗੱਲ ਬਿਲਕੁਲ ਠੀਕ ਆ, ਅਸੀਂ ਲੀਡਰ ਵੀ ਹੋਣੇ ਆ, ਸਾਨੂੰ ਲੀਡਰਾਂ ਤੋਂ ਮਾਰ ਖਾਣੀ ਪੈ ਰਹੀ ਹੈ, ਇਹ ਕੁਰਸੀਆਂ ਦੇ ਭੁੱਖੇ ਨੇ ਤੇ ਮਾਰ ਆਮ ਲੋਕਾਂ ਨੂੰ ਖਾਣੀ ਪੈਂਦੀ ਹੈ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਆ ਵੀ ਉਹ ਕਿਹਨੇ ਲਾਇਆ, ਇਹਦੀ ਸ਼ਨਾਖਤ ਹੋਣੀ ਚਾਹੀਦੀ ਹੈ, ਇਹੋ ਜਿਹੀ ਗਲਤੀ ਨਹੀਂ ਹੋਣੀ ਚਾਹੀਦੀ। ਮਾਨ ਸਾਹਿਬ ਖਾਲਸਾ ਨਾਰੇ ਲਾਉਂਦੇ ਆ, ਕਿੰਨੇ ਕੁ ਲੋਕ ਸਾਥ ਦਿੰਦੇ ਉਹਨਾਂ ਨੂੰ? ਕਿੰਨੀਆਂ ਵੋਟਾਂ ਮਿਲਦੀਆਂ? ਪਾਰਲੀਮੈਂਟ ਦੀ ਚੋਣ 'ਚ 2000 ਵੋਟਾਂ ਮਿਲਦੀ ਉਹਨਾਂ ਨੂੰ। ਇਸ ਕਰਕੇ ਸਾਡੇ 'ਚ ਜਿਹੜੀ ਜਾਗਰਤੀ ਪੈਦਾ ਕਰਨੀ, ਅਸੀਂ ਡੈਮੋਕ੍ਰੇਸੀ ਦੇ ਵੇਖੋ ਉਦਾਰਤਾ ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਅਸੀਂ ਡੈਮੋਕ੍ਰੇਸੀ ਦੇ ਲੰਬਰਦਾਰ, ਭਾਵੇਂ ਗੁਰੂ ਗੋਬਿੰਦ ਸਿੰਘ ਹੋਣ, 10 ਗੁਰੂ ਸਾਹਿਬ ਨੇ ਸਾਨੂੰ ਇਹੋ ਕੁਝ ਸਿਖਾਇਆ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਜੇ ਅਸੀਂ ਉਹਨੂੰ ਛੱਡ ਕੇ ਤੇ ਇਹੋ ਜਿਹੀ ਗੱਲਾਂ ਦੇ ਵਿੱਚ ਤੁਰ ਪਵਾਂਗੇ ਤੇ ਮੇਰੇ ਖਿਆਲ ਸ਼ਾਇਦ ਫਿਰ ਸਾਡਾ ਕੋਈ ਭਲਾ ਹੋਣ ਵਾਲਾ ਨਹੀਂ। ਅੱਜ ਤੁਸੀਂ ਚਲੇ ਜਾਓ ਮੋਦੀ ਕੋਲ, ਸਾਰੇ ਲੀਡਰ ਸਾਰੇ ਇਕੱਠੇ ਹੋ ਜਾਣ, ਜਦੋਂ ਇਕੱਠੇ ਹੋ ਕੇ ਚੱਲ ਜਾਣ, ਜੋ ਮਰਜ਼ੀ ਲੈ ਲਓ,
ਜਦੋਂ ਵੱਖੋ ਉੱਥੇ ਜਾਂਦੇ ਮੈਨੂੰ ਟੈਗ ਲੱਗਣਾ ਚਾਹੀਦਾ, ਮੈਂ ਕਰਾ ਕੇ ਮੈਂ ਛੱਡ ਦਿਓ ਬਾਬੇ ਨਾਨਕ ਜੀ ਤੂੰ ਦੀ ਗੱਲ ਕਰੋ ਤੁਸੀਂ। ਇਸ ਕਰਕੇ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਮੈਂ ਤੁਹਾਨੂੰ ਇਹ ਗੱਲ ਫਿਰ ਕਿੰਨਾ ਸਾਡੇ ਲੀਡਰ ਜਿੱਥੇ ਇਕੱਠੇ ਨਹੀਂ ਹੁੰਦੇ, ਕੋਈ ਚੱਜ ਦਾ ਕਾਂਗਰਸ ਲੀਡਰ ਨਹੀਂ ਮਿਲਦਾ, ਉਹਨੇ ਸਾਡਾ ਕੁਝ ਨਹੀਂ ਮਿਲਣਾ। ਤੇ ਇਹੋ ਜਿਹੀ ਸ਼ਰਾਰਤਾਂ ਤੇ ਸਾਡੇ ਮੁੰਡੇ ਕੰਮ ਰਹੋ ਤੁਸੀਂ ਜੀ। ਪੜੀ ਸਾਹਿਬ, ਜਬਰ ਜਨਾਹ ਦੇ ਕੇਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਭਗੌੜ ਕਰਾਰ, ਪਰੰਤੂ ਇੱਕ ਕਾਲ ਲੈ ਲਈਏ ਫਿਰ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਜੀ ਭੱਟੀ ਸਾਹਿਬ ਨੂੰ ਕਹੋ ਕਿ ਦੋਵੇਂ ਬੰਨੇ ਨਾ ਹੋ, ਜਾਂ ਇੱਕ ਬੰਨੇ ਹੋ ਜਾਂ ਉਹ ਬੰਨੇ ਹੋ। ਗੱਲ ਨਾ ਕਰ ਸਕਦੇ ਬਾਬੇ ਨਾਨਕ ਦੀ ਵਿਚਾਰਤਾ ਦਾ ਰਾਜੇ ਦੇ ਨਜ਼ਰ ਭਾਵੇਂ ਹਿੰਦੁਸਤਾਨ ਹੋਵੇ, ਪਾਕਿਸਤਾਨ ਹੋਵੇ ਜਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਫੇਰ ਕੀ ਕਹਿੰਦੇ ਨੇ ਆਪਣਾ ਜਲਸ ਨਹੀਂ ਹੈਗੇ। ਜਲਸ ਦਾ ਮਤਲਬ ਕੀ? ਚਲੋ ਭਾਜੀ ਤੁਹਾਡੀ ਸੋਚ ਆ, ਮੈਂ ਜਰਨਟ ਹੈਗਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਜਵਾਬ ਦੇ ਇਸ ਗੱਲ ਤੇ ਨਹੀਂ ਹੈਗਾ। ਮੈਂ ਤੁਹਾਨੂੰ ਦੱਸ ਦਿੱਤਾ ਕਿ ਅਸੀਂ ਬਾਬੇ ਨਾਨਕ ਦੀ ਵਿਚਾਰਤਾ ਦਾ ਬਾਬੇ ਨਾਨਕ ਨੇ ਨਾਲ ਉਹੀ ਕਿਹਾ ਨਾ ਕਿ ਭੈ ਕਾਹੂ ਕੋ ਦੇਤ ਨੇ ਨਾ ਭੈ ਮਾਨਤਾਨ, ਨਾ ਡਰਨਾ ਨਾ ਕਿਸੇ ਕੋ ਡਰਾਉਣਾ ਨਾ। ਤੁਸੀਂ ਇੱਕ ਬੰਦੇ ਹੋ ਜਾਓ ਨਾ, ਜਾਂ ਤੁਸੀਂ ਗਵਰਨਮੈਂਟ ਵਾਲੇ ਬੰਦੇ ਹੋ ਜਾਓ ਜਾਂ ਖਾਲਸਾ ਵਾਲੇ ਬੰਦੇ ਹੋ ਜਾਓ। ਮੈਂ ਤੁਹਾਨੂੰ ਦੱਸਦਾ ਜੀ ਮੈਂ ਤੇ ਇਸੇ ਪਾਸੇ ਆ। ਮੈਂ ਕਹਿੰਦਾ ਬਾਬੇ ਨਾਨਕ ਦੀ ਵਿਚਾਰਤਾ ਰਾਜ ਚਾਹੀਦਾ ਵਾ, ਜਿੱਥੇ ਕਿਸੇ ਚਲੋ ਕਾਲਰ ਥੈਂਕ ਯੂ ਸੋ ਮਚ। ਰੋਟੀ ਕੱਪੜਾ ਪਕਾਉਣ ਮਿਲੇ ਏਦਾਂ ਨਹੀਂ ਹੈ ਜੀ। ਆਪਣਾ ਚਾਵਲ ਸਾਹਿਬ ਏਦਾਂ ਨਹੀਂ ਆ ਨਾ, ਇੱਕ ਬੰਦੇ ਕਰੋ। ਦੇਖੋ ਜੀ ਤੁਸੀਂ ਦੇਖੋ ਐਜ਼ ਅ ਮੀਡੀਆ ਹੋਸਟ ਦੋਨੋਂ ਬਰਾਬਰ ਬੈਲੈਂਸ ਰੱਖਣਾ ਚਾਹੀਦਾ, ਕੋਈ ਬਾਇਸ ਨਹੀਂ। ਤੁਸੀਂ ਉਧਰ ਵਾਲੇ ਪਾਸੇ ਹੋ ਜਾਓ, ਤੁਸੀਂ ਕਿਹੜੇ ਪਾਸੇ ਹੋ, ਇੱਧਰ ਪਾਸੇ ਹੋ ਉਧਰ ਪਾਸੇ ਹੋ। ਚਲੋ ਨਹੀਂ ਮੇਰੀ ਗੱਲ ਸੁਣੋ ਵੀਰੇ, ਐਜ਼ ਅ ਜਰਨਲਿਸਟ ਉਹਨਾਂ ਨੂੰ ਦੋਨੋਂ ਪੱਖ ਰੱਖਣੇ ਪੈਣੇ ਆ, ਠੀਕ ਹੈ? ਕਿਸੇ ਸਾਈਡ ਨਹੀਂ ਲੈ ਸਕਦੇ ਅਸੀਂ। ਜਰਨਲਿਸਟ ਦਾ ਮਤਲਬ ਕੀ ਹੈ? ਜਰਨਲਿਸਟ ਦਾ ਕਲੀਅਰ ਫੈਕਟਰ ਲੈ ਕੇ ਆਵੇ ਤੇ ਕਲੀਅਰ ਫੈਕਟਰ ਵੀਰ ਜੀ ਰੱਖ ਰਹੇ ਨਾ। ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਕਹੇ, ਤੁਸੀਂ ਇਹਨਾਂ ਨੂੰ ਇਹ ਥੋੜੀ ਕਹਿ ਸਕਦੇ ਕਿ ਤੁਸੀਂ ਇੱਧਰ ਹੋ ਜਾਓ ਉਧਰ ਹੋ ਜਾਓ। ਨੋ ਦੈਟਸ ਰੋਂਗ। ਜਰਨਲਿਸਟ ਨੇ ਸਰ, ਨਹੀਂ ਡਰਨ ਦੀ ਗੱਲ ਨਹੀਂ ਹੈ ਜੀ, ਡਰਨ ਦੀ ਗੱਲ ਨਹੀਂ ਹੈ। ਦੇਖੋ ਵੀਰੇ ਡਰਨ ਦੀ ਗੱਲ ਨਹੀਂ ਹੈ, ਇਹਨਾਂ ਨੂੰ ਵੀ ਪਤਾ ਸਾਡੇ ਸਿਰ ਤੇ ਨਾ CRTC ਦਾ ਇੱਕ ਤਲਵਾਰ ਹੈ ਜੀ, ਉਹ ਮੇਨਟੇਨ ਕਰਕੇ ਰੱਖ ਰਹੇ ਨੇ। ਵੈ ਭੱਟੀ ਸਾਹਿਬ ਨੂੰ ਭਾਵੇਂ 5 ਘੰਟੇ ਦੇ ਦਿਓ, ਉਹ ਚੀਰ ਫਾੜ ਕਰ ਦੇਣਗੇ, ਪਰੰਤੂ ਉਹਨਾਂ ਦੀ ਵੀ ਮਜਬੂਰੀ ਹੈ ਜੀ। ਥੈਂਕ ਯੂ ਸੋ ਮਚ ਜੀ। ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ ਤੇ ਭੱਟੀ ਸਾਹਿਬ ਜੀ। ਮੈਂ ਡਿਸਕਸ਼ਨ ਹੋਣਾ ਸੁਣਦਾ ਸੀਗਾ ਖਾਲਿਸਤਾਨ ਤੇ ਪਾਕਿਸਤਾਨ ਦੇ, ਹਿੰਦੁਸਤਾਨ ਦੀ। ਮੈਂ ਚਾਹੁੰਦਾ ਵੀ ਜੋ ਦੇਖੋ ਖਾਲਿਸਤਾਨ ਦੇ ਨਾਰੇ ਲੱਗਦੇ ਨੇ ਪਰ ਪੀਸਫੁਲ ਲੱਗਦੇ ਨੇ, ਪਰ ਇੱਕ ਬੰਦਾ ਸ਼ਰਾਰਤੀ ਬੰਦਾ ਜਿਹੜਾ ਉੱਠਦਾ ਸਵੇਰੇ ਕਚਹਿਰੀ ਅੱਗੇ ਕਿਸੇ ਸਕੂਲ ਦੇ ਉੱਤੇ ਜਾ ਕੇ ਖਾਲਿਸਤਾਨ ਲਿਖ ਦਿੰਦਾ, ਉਹਨੂੰ ਕੀ ਸੋਚੋਗੇ ਉਹ ਖਾਲਿਸਤਾਨ ਦਾ ਹੇਤੀ ਹੈ ਜਾਂ ਬਾਬੇ ਨਾਨਕ ਦਾ ਪੈਰੋਕਾਰ ਹੈ? ਸੋ ਇਹਨਾਂ ਚੀਜ਼ਾਂ ਸ਼ਰਾਰਤ ਕਰਨ ਵਾਲਿਆਂ ਤੋਂ ਬਚੋ। ਅੱਛਾ ਜੀ, ਹੁਣ ਇਹ ਤਾਂ ਮੇਰੀ ਰਾਏ ਹੈ, ਬਾਕੀ ਭੱਟੀ ਸਾਹਿਬ ਜੀ ਦਾ ਮੈਨੂੰ ਪਤਾ ਨਹੀਂ। ਦੂਜੀ ਗੱਲ ਇਹ ਭੱਟੀ ਸਾਹਿਬ, ਹੈਲੋ। ਹਾਂਜੀ ਹਾਂਜੀ ਵੀਰ, ਕੁਇਕਲੀ ਮੇਰੇ ਵੀਰ। ਹਾਂਜੀ ਭੱਟੀ ਸਾਹਿਬ, ਆ ਜਿਹੜਾ ਨਾਰਾਇਣ ਅੰਦਰ ਹੈ PTC ਵਾਲਾ, ਇਹਨੇ ਸ਼੍ਰੋਮਣੀ ਕਮੇਟੀ ਨੂੰ ਕਿਉਂ ਲਿਖ ਕੇ ਦਿੱਤਾ ਵੀ ਤੁਸੀਂ ਉਹ ਕਰੋ? ਉਹਨਾਂ ਦੇ ਬੰਦੇ ਵੇਚਣ ਵਾਲਾ ਬਣਾਇਆ, ਉਹਨੂੰ ਕੀ ਲੋੜ ਸੀ ਲਿਖ ਕੇ ਦੇਣ ਦੀ? ਕਿ ਤੇ ਕੁਛ ਮਤਲਬ ਇਹਦਾ ਮਤਲਬ ਸਿੱਧਾ ਹੀ ਨਾਂ ਲੈ ਰਿਹਾ ਵੀ ਉਹਨਾਂ ਦੇ ਵਿੱਚ ਉਹ ਵੀ ਬੰਦੇ ਨੇ, ਇਸ ਕਰਕੇ ਤੁਸੀਂ ਸਾਨੂੰ ਵੀ ਛਡਾਓ ਤੇ ਆਪ ਹੀ ਛੁੱਟ ਜਾਓ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਹੜੀ ਤੁਸੀਂ ਗੱਲ ਕਹਿੰਦੇ ਹੋ ਜੀ, ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹਦੀ ਮਰਜ਼ੀ ਸੀ, ਉਹਦਾ ਜੀ ਕੀਤਾ, ਉਹਨੇ ਕਿਹਦੇ ਕਹਿਣ ਤੇ ਦੇਖਿਆ, ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ। ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਜਿਸ ਕੇਸ ਦੇ ਵਿੱਚ FIR ਦਰਜ ਕੀਤੀ, ਅਦਾਲਤੀ ਕੇਸ ਚੱਲਦਾ ਵਾ, ਉਹ ਅਕਾਲ ਤਖਤ ਤੇ ਨਹੀਂ ਵਿਚਾਰਿਆ ਜਾ। ਅਕਾਲ ਤਖਤ ਤੋਂ ਇਹ ਗੱਲ ਤਾਂ ਕਹੀ ਜਾ ਸਕਦੀ ਹੈ ਕਿ ਇਨਸਾਫ ਹੋਵੇ, ਇਸ ਤੋਂ ਵੱਧ ਕੁਛ ਨਹੀਂ ਵਿਚਾਰਿਆ ਜਾ ਸਕਦਾ ਜੀ। ਸਦਵਾਨ ਸਿੰਘ ਬਾਬੇ ਦਾ ਕੇਸ ਇੱਥੇ ਆਇਆ ਸੀ ਬਲਾਤਕਾਰ ਦਾ, ਤੇ ਬਕਾਇਦਾ ਤੌਰ ਤੇ ਉਹ ਅਕਾਲ ਤਖਤ ਨੂੰ ਬਰੀ ਕਰਤਾ ਤੇ ਕੋਰਟ ਨੇ ਉਹਨੂੰ ਸਜ਼ਾ ਸੁਣਾਤੀ। ਉਸ ਤੋਂ ਬਾਅਦ ਕਹਿ ਦਿੱਤਾ ਗਿਆ ਸੀ ਵੀ ਜਿਹੜਾ ਅਦਾਲਤੀ ਕੇਸ ਆ, ਜਿਹੜਾ ਇਹੋ ਜਿਹਾ ਕੇਸ ਆ, ਉਹ ਅਕਾਲ ਤਖਤ ਤੇ ਨਹੀਂ ਵਿਚਾਰਿਆ ਜਾਊਗਾ। ਇਹ ਵੀ ਬਦਕਾਰੀ ਦਾ ਕੇਸ ਆ, ਇਹਦੇ ਵਿੱਚ ਅਕਾਲ ਤਖਤ ਤੋਂ ਕੋਈ ਕਾਰਵਾਈ ਨਹੀਂ ਹੋਏਗੀ। ਉਹਨੇ ਚਿੱਠੀ ਜ਼ਰੂਰ ਲਿਖੀ ਅਕਾਲ ਤਖਤ ਨੂੰ, ਸਾਡੇ ਦਾ ਇਨਸਾਫ ਕੀਤਾ ਜਾਵੇ, ਤੇ ਇਨਸਾਫ ਅਕਾਲ ਤਖਤ ਤੇ ਨਹੀਂ ਕਰਨਾ, ਇਨਸਾਫ ਜਿਹੜਾ ਅਦਾਲਤ ਤੇ ਕਰਨਾ। ਮਾਮਲਾ ਹੁਣ ਅਦਾਲਤ ਦੇ ਵਿੱਚ ਜੀ। ਭੱਟੀ ਸਾਹਿਬ, ਇਹ ਉਹਦੀ ਜੀ ਸਾਰੀ ਕਾਲਾਂ ਫਲੈਸ਼ ਕਰ ਰਹੇ ਨੇ, ਅਸੀਂ 1 ਬਾਈ 1 ਲੈ ਲੈਣੇ, ਥੋੜਾ ਛੋਟਾ ਰੱਖਿਆ ਜਾਵੇ ਜੀ। ਲੈਂਦੇ ਨੈਕਸਟ ਕਾਲ ਆਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ। ਸਤਿ ਸ਼੍ਰੀ ਅਕਾਲ ਭਾਜੀ। ਜੀ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਹਿਬ।
ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਮੈਂ ਨਾ ਸਿਰਫ ਜਿਹੜੇ ਪਿਛਲੇ ਕਾਲਰ ਆਏ ਸੀਗੇ ਮੈਂ ਉਹਨਾਂ ਦੀ ਇਮੋਸ਼ਨ ਨੂੰ ਤੇ ਸਮਝਦਾ ਵਾਂ। ਮੈਂ ਸਿਰਫ ਇੱਕ ਚੀਜ਼ ਆਪਣੇ ਵੱਲੋਂ ਐਡ ਕਰਨਾ ਚਾਹੁੰਦਾ ਵਾਂ, ਸ਼ਾਇਦ ਭੱਟੀ ਸਾਹਿਬ ਮੇਰੇ ਨਾਲ ਸਹਿਮਤ ਹੋਣ ਨਾ ਹੋਣ, ਕਿ ਕਈ ਲੋਕਾਂ ਵਾਸਤੇ ਭਾਜੀ ਕਿ ਖਾਲਿਸਤਾਨੀ ਜ਼ਰੂਰੀ ਹੈ ਕਿ ਚੰਗੇ ਇਨਸਾਨ ਹੋਣਾ ਜ਼ਰੂਰੀ ਹੈ, ਕਿ ਡੈਮੋਕ੍ਰੇਸੀ 'ਚ ਵਸਣਾ ਜ਼ਰੂਰੀ ਹੈ, ਡੈਮੋਕ੍ਰੇਸੀ ਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਹੈ, ਕਿ ਫਿਰ ਖਾਲਿਸਤਾਨ ਦਾ ਤਮਗਾ ਲਵਾਉਣਾ ਜ਼ਰੂਰੀ ਹੈ। ਜਿੱਦਣ ਅਸੀਂ ਇਹਦਾ ਜਵਾਬ ਪਾਲਾਂਗੇ ਅਸੀਂ ਚੰਗੇ ਇਨਸਾਨ ਵੀ ਬਣ ਜਾਵਾਂਗੇ। ਤੇ ਸ਼ਾਇਦ ਫਿਰ ਜੇ ਭਾਜੀ ਆਪਾਂ ਖਾਲਿਸਤਾਨ ਬਣਾ ਵੀ ਲਿਆ ਤੇ ਬੰਦੇ ਹੀ ਚੰਗੇ ਨਾ ਹੋਏ, ਜਿਹੜੇ ਕਰਪਟ ਪੋਲੀਟੀਸ਼ੀਅਨਾਂ ਨਾਲ ਹੀ ਉਹ ਖਾਲਿਸਤਾਨ ਵਸਾਵਾਂਗੇ, ਜਿਨ੍ਹਾਂ ਨੇ ਲੁੱਟ ਕੇ ਖਾ ਲਿਆ ਪੰਜਾਬ, ਤੇ ਉਹ ਖਾਲਿਸਤਾਨ ਵੀ ਛੱਡ ਦੇਣਗੇ। ਤੋਂ ਪਹਿਲਾਂ ਮੇਰੇ ਖਿਆਲ 'ਚ ਭਾਜੀ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਸਾਰੇ ਜਾਣੇ ਕਿ ਅਸੀਂ ਕਿੰਨੇ ਕੁ ਚੰਗੇ ਇਨਸਾਨ ਆ ਜਿਹੜੇ ਖਾਲਿਸਤਾਨ 'ਚ ਵਸਣਾ ਚਾਹੁੰਦੇ ਆ। ਇਨਸਾਨ ਤੇ ਭਾਜੀ ਠੱਗੀ ਠੋਰੀ ਦੀ ਨੀਅਤ ਰੱਖ ਕੇ ਖਾਲਿਸ ਦਾ ਮਤਲਬ ਵੀ ਵੀਰੇ ਪਿਓਰ ਹੁੰਦਾ ਨਾ। ਹਾਂਜੀ, ਤੇ ਪੁੱਛੋ ਜਿਹੜੇ ਕਾਲਰ ਸਾਹਿਬ ਆਏ ਨੇ ਜਿਹੜੇ ਕਹਿੰਦੇ ਨੇ ਖਾਲਿਸਤਾਨ ਬਣਾਉਣਾ ਚਾਹੀਦਾ, ਉਹਨਾਂ ਦੀ ਮਾਨਸਿਕਤਾ ਤੇ RSS ਦੀ ਮਾਨਸਿਕਤਾ ਕੀ ਫਰਕ ਰਹਿ ਗਿਆ ਭਾਜੀ? ਇਹ ਕਹੋ ਕਿ ਚੰਗੇ ਇਨਸਾਨ ਬਣੀਏ, ਚੰਗਾ ਪ੍ਰਦੇਸ਼ ਬਣਾਈਏ, ਚੰਗੇ ਕੰਮ ਕਰਨ ਵਾਲੇ ਲੀਡਰ ਲੈ ਕੇ ਆਈਏ, ਚੰਗੇ ਕੌਮ ਨੂੰ ਆਪਾਂ ਚੰਗੇ ਤਰੀਕੇ ਨਾਲ ਵਸਾਈਏ, ਬਾਬੇ ਨਾਨਕ ਦੀ ਬਾਣੀ ਨੂੰ ਅੱਗੇ ਲੈ ਕੇ ਜਾਈਏ, ਨਾ ਕਿ ਲੜਾਈ ਝਗੜੇ ਕਰਕੇ ਖਾਲਿਸਤਾਨ ਬਣਾ ਵੀ ਲਾਂਗੇ ਭਾਜੀ ਕਿੱਥੇ ਜਾਵਾਂਗੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ। ਤੁਹਾਡੇ ਵਿਚਾਰ ਆਨ ਦੀ 에ਅਰ ਚੱਲ ਚੁੱਕੇ ਨੇ ਜੀ। ਭੱਟੀ ਸਾਹਿਬ ਬਹੁਤ ਖੂਬ ਇਸ ਕਾਲਰ ਨੇ ਗੱਲ ਕੀਤੀ ਹੈ ਜੀ। ਜੀ ਪੰਦੂ ਲੱਗਦਾ ਨੈਕਸਟ ਕਾਲ ਆਨ ਦੀ 에ਅਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚਾਵਲਾ ਜੀ, ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ ਫੋਨ ਤਾਂ ਮੈਂ ਵੀ ਨਹੀਂ ਸੀ ਕਰਨਾ, ਮੈਂ ਵੀ ਥੋੜਾ ਜਿਹਾ ਭਾਵਕ ਹੋ ਗਏ, ਪਹਿਲੇ ਭਾਵਕ ਹੋ ਗਿਆ। ਹੁਣ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਵੀ ਖਾਲਿਸਤਾਨ ਨਹੀਂ ਮੰਗਣਾ, ਜਿਹਨੂੰ ਲੋੜ ਹੈ ਮੰਗੇ, ਜਿਹੜਾ ਫੱਕ ਬੋਲੇ। ਮੈਨੂੰ ਥੋੜੀ ਇਸ ਗੱਲ ਤੋਂ ਤਕਲੀਫ ਹੋਈ ਵੀ ਤੁਸੀਂ ਧੱਕੇ ਨਾਲ ਅਗਲੇ ਦੇ ਮੂੰਹ ਦੇ ਵਿੱਚ ਆਪਣੀ ਵਿਚਾਰਧਾਰਾ ਪਾਉਣ ਰਹੇ ਆ। ਬਿਲਕੁਲ ਹੁਣ ਮਤਲਬ ਕਿ ਭੱਟੀ ਸਾਹਿਬ ਦਾ ਆਪਣਾ ਇੱਕ ਡੈਮੋਕ੍ਰੈਟਿਕ ਰਾਈਟ ਆ ਵੀ ਚਾਹੇ ਉਹ ਪੱਖ 'ਚ ਹੋਣ ਚਾਹੇ ਉਹ ਨਾ ਹੋਣ, ਚਾਹੇ ਉਹ ਦੋਨੋਂ ਪਾਸੇ ਹੋਣ ਚਾਹੇ ਉਹ ਕਿਸੇ ਵੀ ਨਾ ਪਾਸੇ ਹੋਣ। ਹੁਣ ਇਹ ਹਰ ਇੱਕ ਦਾ ਆਪਣਾ ਆਪਣਾ ਰਾਈਟ ਹੈਗਾ ਜੀ ਆਪਣਾ। ਬਿਲਕੁਲ ਜੀ, ਬਿਲਕੁਲ ਰਾਈਟ ਹੈਗਾ ਜੀ। ਨਹੀਂ ਭੱਟੀ ਸਾਹਿਬ ਤੁਸੀਂ ਦੱਸੋ ਪਾਲਿਸੀ ਹੱਕ 'ਚ ਹੈ ਜਾਂ ਨਹੀਂ ਹੈ? ਜੇ ਨਹੀਂ ਹੈਗੇ ਤਾਂ ਤੁਸੀਂ ਜਰਨਲਿਸਟ ਵੀ ਨਹੀਂ ਹੈਗੇ। ਇਹ ਕਿਹੜੀ ਵਿਚਾਰਧਾਰਾ ਹੋ ਗਈ ਉਹਨਾਂ ਦੀ? ਦੋਨੋਂ ਪੱਖ ਰੱਖਣੇ ਚਾਹੀਦੇ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਤੁਹਾਡੇ ਦੋਨੋਂ ਅਗਰ ਦੋਨੋਂ ਰੱਖਦੇ ਚਾਹੇ ਬੇਸ਼ੱਕ ਦੋਨੋਂ ਨਾ ਵੀ ਰੱਖਣ, ਹਾਂਜੀ, ਲੇਕਿਨ ਉਹ ਮਤਲਬ ਕਿ ਜੇ ਤੁਸੀਂ ਖਾਲਿਸਤਾਨ ਦੇ ਪੱਖ 'ਚ ਹੈਗੇ ਤਾਂ ਤੁਸੀਂ ਜਰਨਲਿਸਟ, ਜੇ ਨਹੀਂ ਹੈਗੇ ਫਿਰ ਤੁਸੀਂ ਜਰਨਲਿਸਟ ਨਹੀਂ ਹੋ ਸਕਦੇ। ਇਹ ਕਿਹੜੀ ਵਿਚਾਰਧਾਰਾ ਹੋ ਗਈ ਮੈਨੂੰ ਸਮਝ ਨਹੀਂ ਆਈ। ਕੋਈ ਗੱਲ ਨਹੀਂ ਵੀਰੇ, ਥੈਂਕ ਯੂ ਸੋ ਮਚ। ਮਰਜ਼ੀ ਜੀ, ਥੈਂਕ ਯੂ। ਉਹਨਾਂ ਦਾ ਧੰਨਵਾਦ ਕਰਦੇ, ਉਹਨਾਂ ਆਪਣੀ ਜਿਹੜੀ ਰਿਜ਼ੈਂਟਮੈਂਟ ਸ਼ੋ ਕਰਤੀ, ਮਿਹਰਬਾਨੀ ਜੀ। ਉਹਨਾਂ ਦੇ ਇਮੋਸ਼ਨ ਸੀ, ਉਹਨਾਂ ਦੇ ਭਾਵਨਾ ਧੰਨਵਾਦ ਜੀ। ਜੀ ਜੀ ਭੱਟੀ ਸਾਹਿਬ ਲੈਂਦੇ ਨੈਕਸਟ ਕਾਲ ਆਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਹਾਂਜੀ ਬਾਈ ਜੀ, ਮੈਂ ਤਾਂ ਉਹ ਜਿਹੜੇ ਪਿਛਲੇ ਕਾਲਰ ਆਏ ਸੀ ਉਹਨਾਂ ਬਾਰੇ ਗੱਲ ਕਰਨੀ ਆ ਕਿ ਉਹ ਥੋੜਾ ਜਿਹਾ ਗੱਲ ਨੂੰ ਗਲਤ ਪਾਸੇ ਲੈ ਗਏ ਜੀ। ਭੱਟੀ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜਦੋਂ ਵੀ ਕੋਈ ਲਹਿਰ ਚੱਲਦੀ ਆ ਉਹਦੇ ਵਿੱਚ ਹੋਰ ਬਹੁਤ ਬੰਦੇ ਰਲ ਜਾਂਦੇ ਆ। ਉਹ ਰਲ ਕੇ ਕੀ ਕਰਦੇ, ਜਿਹੜੇ ਲਹਿਰ ਵਾਲੇ ਬੰਦੇ ਹੁੰਦੇ ਉਹ ਤਾਂ ਪੱਕੇ, ਤਾਂ ਜਿਹੜੇ ਪ੍ਰਪੱਖ ਬੰਦੇ ਹੁੰਦੇ ਆ 100% ਉਹ ਤਾਂ 10-50 ਹੁੰਦੇ ਆ, ਵਿੱਚ ਹੋਰ ਬੰਦੇ ਰਲ ਕੇ ਉਹ ਮਾਹੌਲ ਖਰਾਬ ਕਰ ਦਿੰਦੇ ਆ। ਉਹਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੁੰਦਾ ਜੀ। ਬਿਲਕੁਲ ਹੋਇਆ ਕੀ ਆ, ਆਪਾਂ ਇੱਥੇ ਘਰੇ ਬਹਿ ਕੇ ਕਈ ਵਾਰੀ ਲਿਵਿੰਗ ਰੂਮ 'ਚ ਸੋਫੇ ਤੇ ਬੈਠੇ ਆ, ਆਰਾਮ ਨਾਲ ਅਸੀਂ ਇਸ ਮੁਲਕ ਦੇ ਵਿੱਚ ਨਜ਼ਾਰੇ ਲੈਂਦੇ ਆ। ਪਰ ਜਦੋਂ ਅਸੀਂ ਟੀਵੀਆਂ ਤੇ ਪ੍ਰੋਗਰਾਮ ਵੇਖਦੇ ਆ, ਲੋਕਾਂ ਦੇ ਘਰਾਂ 'ਚ ਜਾ ਪੱਤਰਕਾਰ ਉਹਨਾਂ ਦੇ ਘਰਾਂ ਦੇ ਹਾਲਾਤ ਵਿਖਾਉਂਦੇ ਉਹਨਾਂ ਵੇਲਿਆਂ ਦੇ ਲੋਕਾਂ ਦੇ, ਤਾਂ ਤੁਸੀਂ ਉਹ ਇੱਥੇ ਬਹਿ ਕੇ ਦੇਖ ਨਹੀਂ ਸਕਦੇ। ਉਹ ਮਾਵਾਂ ਨੇ ਪੁੱਤ ਵੀ ਗਏ, ਘਰ ਵਾਲੇ ਵੀ ਗਏ, ਪਰਿਵਾਰ ਵੀ, ਜਵਾਈ ਵੀ ਗਏ, ਕਿੱਡੇ ਪਰਿਵਾਰ ਉਹਦੇ ਖਤਮ ਹੋ ਗਏ। ਉਹ ਹੋਏ ਕਿਉਂ ਆ? ਕਿਉਂਕਿ ਅਸੀਂ ਕਿਸੇ ਲਹਿਰ ਨੂੰ ਨਹੀਂ ਕਹਿ ਰਹੇ, ਪਰ ਉਹਦੇ ਵਿੱਚ ਜਦੋਂ ਹੋਰ ਬੰਦੇ ਰਲ ਜਾਂਦੇ, ਜਿਵੇਂ ਕਿਸਾਨ ਅੰਦੋਲਨ 'ਚ ਵੀ ਬੰਦੇ ਰਲ ਗਏ ਸੀ ਜਾ ਕੇ, ਠੀਕ ਆ, ਇਵੇਂ ਹੁੰਦਾ। ਉਹ ਭੱਟੀ ਸਾਹਿਬ ਦਾ ਕਹਿਣ ਦਾ ਮਕਸਦ ਇਹ ਸੀਗਾ ਵੀ ਭਾਈ ਉਹ ਨੁਕਸਾਨ ਹੁੰਦਾ, ਵੀ ਹੁਣ ਟਿਕਟਕਾ ਹੋਇਆ, ਇਹਨੂੰ ਹੋਇਆ ਰਹਿਣ ਦਿਓ, ਆਪ ਚੰਗੇ ਨਾਗਰਿਕ ਬਣ ਜਾਓ। ਅਸੀਂ ਆਪ ਤਾਂ ਬਾਹਰਲੇ ਮੁਲਕਾਂ 'ਚ ਬਹਿ ਗਏ ਆ ਕੇ, ਠੀਕ ਹੈ ਜੀ, ਤਾਂ ਅਸੀਂ ਜੇ ਸਾਨੂੰ ਚਾਹੀਦਾ ਫਿਰ ਅਸੀਂ ਇੱਥੇ ਕਾਹਤੋਂ ਆ ਗਏ, ਇੱਥੋਂ ਦੀ ਕਦੋਂ ਸਿਟੀਜ਼ਨ ਲੈ ਲਈ ਆ ਕੇ। ਬਿਲਕੁਲ ਧੰਨਵਾਦ ਵੀਰੇ। ਸਾਰੀ ਦੁਨੀਆ ਖੁੱਲੀ ਹੈ ਜੀ, ਸਾਰੇ ਲੋਕਾਂ ਵਾਸਤੇ ਖੁੱਲੀ ਹੈ, ਜਿਹੜਾ ਮਰਜ਼ੀ ਜਿੱਥੇ ਰਹੀ ਜਾਵੇ, ਚੰਗੇ ਬੰਦੇ ਹੋਣ। ਬਹੁਤ ਬਹੁਤ ਧੰਨਵਾਦ ਵੀਰੇ, ਥੈਂਕ ਯੂ ਸੋ ਮਚ। ਤੁਹਾਡੇ ਵਿਚਾਰ ਆਨ ਤੇ ਚੱਲ ਚੁੱਕੇ ਨੇ ਜੀ। ਲੈਂਦੇ ਆ ਲਾਸਟ ਕਾਲ, ਫਿਰ ਭੱਟੀ ਸਾਹਿਬ ਤੋਂ ਕਲੋਜ਼ਿੰਗ ਰਿਮਾਰਕਸ ਲੈਂਦੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ ਨੇ ਜੀ ਬਹੁਤ ਵਧੀਆ ਗੱਲ ਕੀਤੀ, ਤੇ ਬਾਕੀ ਇਹ ਹੈ ਵੀ ਕਈ ਵਾਰ ਆਪਾਂ ਬਾਹਰਲੇ ਮੁਲਕਾਂ 'ਚ ਬਹਿ ਕੇ ਕਹਿੰਦੇ ਆ ਖਾਲਿਸਤਾਨ ਚਾਹੀਦਾ। ਇਹ ਤਾਂ ਫਿਰ ਉਹੀ ਗੱਲ ਹੋ ਗਈ, ਯਾਰ ਮੇਰੀ ਤਾਂ ਟਿਕਟ ਬੁੱਕ ਆ, ਪੜੋਸੀ ਨੂੰ ਤੂੰ ਖਾਲਿਸਤਾਨ ਬਣਾ ਲਈ। ਜਿਹਨੇ ਬਣਾਉਣਾ ਉਹ ਪੰਜਾਬ 'ਚ ਜਾਏ, ਆਪਣੇ ਬੱਚਿਆਂ ਨੂੰ ਦੱਸੇ ਸਾਰਾ ਇਤਿਹਾਸ। ਇੱਥੇ ਬੱਚਿਆਂ ਨੂੰ ਤਾਂ ਪਤਾ ਨਹੀਂ, ਆਪਣੇ ਮੰਮੀ ਵਾਟ ਇਜ਼ ਖਾਲਿਸਤਾਨ, ਅਗਲੀ ਪੀੜ੍ਹੀ ਨੂੰ ਪਤਾ ਜਿਨ੍ਹਾਂ ਲਈ ਬਣਾਉਣਾ। ਤੇ ਇਹੀ ਹੈ ਨਾ ਵੀ ਮੇਰੀ ਤਾਂ ਯਾਰ ਟਿਕਟ ਬੁੱਕ ਆ, ਮੇਰੇ ਤਾਂ ਬੱਚੇ ਯੂਨੀਵਰਸਿਟੀ 'ਚ ਆ, ਯੂਨੀਵਰਸਿਟੀ 'ਚ ਕਿਹੜਾ ਬੰਨ ਕੇ ਬਿਠਾਏ, ਉੱਥੋਂ ਐਡਮਿਸ਼ਨ ਇੰਡੀਆ 'ਚ ਕਰਾ ਦੋ, ਬਥੇਰੀਆਂ ਯੂਨੀਵਰਸਿਟੀਆਂ।
ਸੋ ਡਬਲ ਸਟੈਂਡਰਡ ਹੈ ਜੀ। ਪੱਟੀ ਜੀ। ਸਾਹਿਬ ਨੇ ਮਜ਼ਾ ਆ ਗਿਆ, ਪੱਟੀ ਸਾਹਿਬ ਤੁਹਾਡਾ ਜਵਾਬ ਸਵਾਦ ਆ ਗਿਆ ਜੀ। ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਜੀ, ਇਹ ਤਾਂ ਪੱਟੀ ਸਾਹਿਬ ਦੇਖੋ ਉਹੀ ਇਹ ਤਾਂ ਪੱਟੀ ਸਾਹਿਬ ਉਹੀ ਗੱਲ ਹੋਈ ਜਿਹੜੇ ਕਿਸਾਨ ਬੈਠੇ ਸੀ ਜੀ ਧਰਨੇ ਤੇ, ਉਹ ਹੁਣ ਅਡਾਨੀਆਂ ਦੇ ਕੋਲ ਜਾ ਰਹੇ ਨੇ। ਫਾਇਦਾ ਕੀ ਹੋਇਆ ਜੀ ਬਹਿਣ, ਇਹ ਫਾਇਦਾ ਕੀ ਹੋਇਆ ਫਿਰ ਬਹਿਣ ਦਾ? ਬਿਲਕੁਲ ਬਿਲਕੁਲ, ਅਸੀਂ 700 ਕਿਸਾਨ ਵੀ ਸ਼ਹੀਦ ਕਰਵਾ ਲਏ ਤੇ ਮੁੜ ਕੇ ਫਿਰ ਉੱਥੇ ਕੀ ਹੋਈ ਨਾ, যদি ਮੰਗਦੇ ਹੋ ਖਾਲਿਸਤਾਨ ਨੂੰ ਪਿਓਰ, ਖਾਲਿਸ ਮੀਨਿੰਗ ਪਿਓਰ, ਪਹਿਲਾਂ ਉਹ ਜਿਹੜਾ ਕਾਲਰ ਨੇ ਕਿਹਾ ਨਾ ਆਪਣੇ ਦਿਲ ਦੇ ਅੰਦਰ ਝਾਕ ਕੇ ਦੇਖੋ ਕਿ ਅਸੀਂ ਪਿਓਰ ਹਾਂ ਕਿ ਨਹੀਂ। ਸਵਾਲ ਬਹੁਤ ਵੱਡਾ ਸਵਾਲ ਹੈ। ਅਸੀਂ ਤੇ ਵੇਖੋ ਜੀ ਅੱਜ ਵਿਸਾਖੀ ਦਾ ਦਿਨ ਆ, ਅਸੀਂ ਆਮ ਤੌਰ ਤੇ ਕੀ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਵਾ ਗੁਰੂ ਗੋਬਿੰਦ ਸਿੰਘ ਬਾਰੇ, ਬੜਾ ਅਫਸੋਸ ਮੈਨੂੰ ਯਾਦ ਸੀ ਹੁਣੇ ਲਿਖਿਆ ਹੁੰਦਾ ਸੀ ਵੀ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫਿਰ ਉਡਾਰੀਆਂ ਮਾਰਦੇ ਨੇ। ਉਹਦੀ ਇੱਕ ਲਾਈਨ ਥੋੜੀ ਜਿਹੀ ਯਾਦ ਭੁੱਲ ਗਈ, ਬੜੀ ਪਿਆਰੀ ਲਾਈਨ ਸੀ ਉਹਦੀ। ਤੇ ਇਸ ਕਰਕੇ ਜਿਹੜਾ ਅਸੀਂ ਫਿਰ ਬਾਬੇ ਨੂੰ ਯਾਦ ਕਰਦੇ ਕਿ ਤਿੱਤਰ ਬਾਜ ਭੇਜ, ਅਸੀਂ ਕੁਛ ਨਹੀਂ ਕਰਨਾ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਸੰਕਲਪ ਸੀਗਾ ਸੰਘਰਸ਼ ਦਾ, ਸਾਨੂੰ ਸੰਘਰਸ਼ ਵੀ ਕਰ ਰਹੇ ਆ, ਆਪਣੇ ਹੱਕਾਂ ਲਈ ਵੀ ਕਰ ਰਹੇ ਆ, ਲੇਕਿਨ ਇੱਕ ਆਜ਼ਾਦ ਮੁਲਕ 'ਚ ਬੈਠੇ ਆ, ਸਾਨੂੰ ਸ਼ਾਂਤਮਈ ਸੰਘਰਸ਼ ਕਰਨ ਦਾ ਅਧਿਕਾਰ ਮਿਲਿਆ, ਅਸੀਂ ਕਰ ਰਹੇ ਹਾਂ। ਸਾਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਅਸੀਂ ਕਰ ਰਹੇ ਹਾਂ। ਜਿਹੜੀ ਗੱਲ ਵੀਰਾਂ ਨੇ ਕਹੀ ਆ, ਜੇ ਖਾਲਿਸਤਾਨ ਲੈਣਾ ਤੇ ਵਿਦੇਸ਼ਾਂ 'ਚ ਪੈਸੇ ਨਹੀਂ ਮਿਲਣਾ, ਉਹ ਤੇ ਇੱਥੇ ਆ ਕੇ ਮਿਲਣਾ ਜੇ ਮਿਲਣਾ। ਜੀ ਪੱਟੀ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਬਸ ਇਸੇ ਤਰ੍ਹਾਂ ਮੁਸਕਰਾਉਂਦੇ ਰਹੋ, ਮਜ਼ਾ ਲਓ। ਮਿਲਦੇ ਹਾਂ ਆਪਾਂ ਕੱਲ ਨੂੰ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ, ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।